ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ। ਮੋਤੀ ਤਾ ਮੰਦਰ ਉਸਰੈ ਹੈ ਰਤਨੀ ਤਾ ਹੋਏ ਜੜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ। ਪਿੱਛੇ 3 ਬਾਣੀਆਂ ਜਪਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ, 3 ਬਾਣੀਆਂ ਦੀ ਸਮਾਪਤੀ। ਕੱਲ ਸੋਹਲੇ ਨਾਮ ਦੀ ਬਾਣੀ ਦੀ ਸਮਾਪਤੀ ਹੋਈ ਹੈ, ਕੀਰਤਨ ਸੋਹਲੇ ਦੀ। ਅੱਜ ਸ੍ਰੀ ਰਾਗ ਸ਼ੁਰੂ ਹੋ ਰਿਹਾ। ਸ੍ਰੀ ਰਾਗ ਸ਼ੁਰੂ ਦੇ ਵਿੱਚ ਕੁਝ ਵਿਸ਼ੇਸ਼ ਗੱਲਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ। ਇਸ ਕਰਕੇ ਬਾਣੀ ਦੇ ਅਰਥਾਂ ਤੋਂ ਪਹਿਲਾਂ, ਮੰਗਲ ਦੇ ਅਰਥਾਂ ਤੋਂ ਵੀ ਪਹਿਲਾਂ ਆਪਾਂ ਨੂੰ ਕੁਝ ਹੀ ਵਿਚਾਰਾਂ ਕਰਨੀਆਂ ਬਣਦੀਆਂ। ਰਾਗ ਜਿਹੜਾ, ਜਿੰਨੇ ਵੀ ਇਹ ਰਾਗ ਹੈ ਗੁਰੂ ਗ੍ਰੰਥ ਸਾਹਿਬ 31 ਰਾਗ ਨੇ ਤੇ 31 ਇਹਨਾਂ ਦੇ ਪ੍ਰਕਾਰ ਨੇ। 62 ਰਾਗ ਨੇ ਜਿਹੜੇ ਸਾਡੇ ਰਾਗੀ ਸਿੰਘ ਸਾਹਿਬਾਨ ਹਰਮੰਦਰ ਸਾਹਿਬ ਦੇ ਵਿੱਚ ਵੀ ਜਿਹੜੇ ਚੰਗੇ ਚੰਗੇ ਰਾਗੀ ਹੈ, ਰਾਗ ਦੇ ਬੇਤੇ ਨੇ, ਉਹਨਾਂ ਨਾਲ ਵੀ ਗੱਲ ਕੀਤੀ ਹੈ। ਉਹਨਾਂ ਨੇ ਦੱਸਿਆ ਵੀ ਇਹ 31 ਰਾਗ ਨੇ, 31 ਰਾਗ ਪ੍ਰਕਾਰ ਨੇ। ਇਸ ਕਰਕੇ ਇਹ ਵਿਚਾਰਾਂ ਵਿਸ਼ੇਸ਼ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਜੇ ਤਤਕਰੇ ਅਨੁਸਾਰ ਮੁੱਖ ਰੂਪ ਦੇ ਵਿੱਚ 31 ਰਾਗਾਂ ਅਧੀਨ ਵਰਗੀਕ੍ਰਿਤ ਕਰਦਿਆਂ ਹੋਇਆਂ 31 ਹੋਰ ਰਾਗ ਪ੍ਰਕਾਰਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਇਹਨਾਂ ਦੀ ਕੁੱਲ ਗਿਣਤੀ 62 ਹੋ ਜਾਂਦੀ ਹੈ। ਬਾਣੀ ਉੱਪਰ ਰਾਗਾਂ ਦਾ ਇਹ ਅੰਕਣ ਸੰਬੰਧਿਤ ਬਾਣੀ ਨੂੰ ਨਿਰਧਾਰਤ ਰਾਗਾਂ ਵਿੱਚ ਗਾਉਣ ਦਾ ਸਪਸ਼ਟ ਸੰਕੇਤ ਹੈ, ਜਿਸ ਨੂੰ ਸਿੱਖ ਮਰਿਆਦਾ ਵਿੱਚ ਬੁਨਿਆਦੀ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ। ਗੁਰਮਤਿ ਸੰਗੀਤ ਪਰੰਪਰਾ ਦੇ ਅੰਤਰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 31 ਰਾਗ ਮੁੱਖ ਹਨ। ਰਾਗਾਂ ਤੋਂ ਵੀ 31 ਰਾਗ ਪ੍ਰਕਾਰਾਂ ਦੇ ਮੌਲਿਕ ਸਰੂਪ ਪ੍ਰਚਾਰ ਵਿੱਚ ਹਨ। ਇਹਨਾਂ ਵਿੱਚ ਬਹੁਤ ਸਾਰੇ ਰਾਗਾਂ ਦੇ ਸਰੂਪ ਦਾ ਭਾਰਤੀ ਸੰਗੀਤ ਦੇ ਗ੍ਰੰਥਾਂ ਤੇ ਵਿਵਹਾਰਕ ਪਰੰਪਰਾ ਵਿੱਚ ਕਿਤੇ ਉਲੇਖ ਨਹੀਂ ਹੈ। ਸਿੱਖ ਕੀਰਤਨਕਾਰਾਂ ਨੇ 19ਵੀਂ ਸਦੀ ਦੇ ਅੰਤ ਤੱਕ ਹਿੰਦੁਸਤਾਨੀ ਸੰਗੀਤ ਦੇ ਕਾਫੀ ਥਾਟ ਦੇ ਸੁਰਾਂ ਤੋਂ, ਜਿਵੇਂ ਬਿਲਾਵਲ ਥਾਟ ਦੇ ਸੁਰਾਂ ਵਿੱਚ ਪਰੰਪਰਾਗਤ ਮੌਲਿਕਤਾ ਨੂੰ ਵਿਵਹਾਰਕ ਰੂਪ ਵਿੱਚ ਕਾਇਮ ਰੱਖਿਆ ਹੈ। ਫਲ ਸਰੂਪ 500 ਸਾਲ ਤੋਂ ਵੱਧ ਪੁਰਾਤਨ ਰਾਗ ਪਰੰਪਰਾ ਅੱਜ ਸਿੱਖ ਸੰਗੀਤ ਵਿਰਾਸਤ ਵਿੱਚ ਪ੍ਰਚਾਰ ਅਧੀਨ ਹੈ। ਇਹ ਰਾਗ ਸਰੂਪ ਵਿੱਚ ਗੁਰਮਤਿ ਸੰਗੀਤ ਦੇ ਮੌਲਿਕ ਰਾਗ ਸਰੂਪ ਹਨ। ਉੱਥੇ ਸਮੁੱਚੀ ਭਾਰਤੀ ਸੰਗੀਤ ਦੀ ਰਾਗ ਪਰੰਪਰਾ ਦੇ ਲਈ ਇੱਕ ਨਿਮੇਕਲਾ ਤੇ ਵਿਲੱਖਣਾ ਯੋਗਦਾਨ ਵੀ ਹੈ। ਇਹ ਵਿਲੱਖਣ ਯੋਗਦਾਨ ਹੈ ਸਿੱਖ ਪਰੰਪਰਾ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 31 ਰਾਗ ਮੁੱਖ ਹਨ ਅਤੇ 31 ਰਾਗ ਜਿਹੜੇ ਨੇ ਉਹਨਾਂ ਦੇ ਪ੍ਰਕਾਰ ਕਿਹਾ ਹੈ। ਉਹਨਾਂ ਅਧੀਨ ਵੱਖ-ਵੱਖ ਵਰਗ ਵਿੱਚ, ਤੇ ਉਹਨਾਂ ਦਾ ਜਿਹੜਾ ਆਪਾਂ ਜੇ ਗਿਣਤੀ ਕਰਦੇ ਹਾਂ, ਸ੍ਰੀ ਰਾਗ ਤੋਂ ਸ਼ੁਰੂ ਹੁੰਦਾ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬਨਹੰਸ ਸੋਟ ਤਨਾਸਰੀ ਜੈਤਸਰੀ ਟੋਡੀ ਬੈਰਾੜੀ ਤਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਪੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ। ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਪ੍ਰਭਾਤੀ ਰਾਗ ਤੱਕ ਸਮਾਪਤੀ ਹੋ ਜਾਂਦੀ ਹੈ। ਇਸ ਸਰੂਪ ਦੇ ਵਿੱਚ ਜਿਹੜਾ 31ਵਾਂ ਰਾਗ ਹੈ ਉਹ ਹੈ ਜੈ ਜੈਵੰਤੀ। ਇਹ 31 ਰਾਗਾਂ ਦੇ ਨਾਂ ਆਪ ਜੀ ਨੇ ਸੁਣੇ ਆ। ਹੁਣ ਜਿੱਥੇ 31 ਰਾਗਾਂ ਦੇ ਵਿੱਚ ਜਿਹੜੀ ਅੱਗੇ ਰਾਗ ਪ੍ਰਕਾਰ ਹੈ, ਜਿਹੜੇ ਕਰਕੇ 62 ਰਾਗ ਗੁਰਮਤਿ ਸੰਗੀਤ ਵਿੱਚ ਮੰਨੇ ਆ, ਉਹਦੇ ਵਿੱਚ ਮੈਂ ਬੇਨਤੀ ਕਰਦਾ ਵੀ ਗੌੜੀ ਆ ਜਿਹੜੀ 11 ਪ੍ਰਕਾਰ ਦੀ ਤਾਂ ਬਿਲਕੁਲ ਅੱਖਰਾਂ 'ਚ ਮਿਲੂਗੀ ਆਪਾਂ ਨੂੰ। 2 ਪ੍ਰਕਾਰ ਦੀ ਉਹ ਗੌੜੀ ਹੈ, ਗੌੜੀ ਪੀ ਸੋਰਠ ਪੀ। ਉਹਦੇ ਵਿੱਚ ਫਿਰ ਉਹ ਅੰਕ ਲਿਖਿਆ ਹੋਊਗਾ ਗੌੜੀ ਦੇ ਪਿੱਛੇ ਅੱਗੋਂ 12ਵਾਂ। ਇਹ ਖਾਸ ਕਰਕੇ ਜਦੋਂ ਗੌੜੀ ਰਾਗ ਦੀ ਭਗਤ ਬਾਣੀ ਪੜ੍ਹੋਗੇ, ਅੱਗੇ ਚੱਲ ਕੇ ਆਉਣਗੀਆਂ ਇਹ ਗੱਲਾਂ, ਉਹਦੇ ਵਿੱਚ ਗੌੜੀ ਦੇ ਅੱਗੇ ਫਿਰ ਅੰਕ ਲਿਖਿਆ ਹੁੰਦਾ ਹੈ। ਅਣਜਾਣ ਪਾਠੀ ਨੂੰ ਪਤਾ ਨਹੀਂ ਲੱਗਦਾ, ਸੰਥਿਆ ਦਾ ਇਹੀ ਮਤਲਬ ਹੈ। ਤੇ ਉੱਥੇ ਉਹ ਫਿਰ ਗੌੜੀ, ਜਿਵੇਂ ਜੇ 12 ਸ਼ਬਦ ਆ, ਗੌੜੀ 12ਵੀਂ ਇਹਦਾ ਲਿਖਣਾ ਪਊਗਾ, ਕਿਉਂਕਿ ਉਚਾਰਨ ਕਰਨ ਵਿੱਚ ਇਹ 12ਵੀਂ ਕਿਸਮ ਹੈ। ਗੌੜੀ 13ਵੀਂ, ਗੌੜੀ 11ਵੀਂ, ਗੌੜੀ 10ਵੀਂ ਇਹ ਬੋਲਣਾ ਪਊਗਾ। ਉਹਦੇ ਵਿੱਚ ਇਹ ਰਾਗ ਪ੍ਰਕਾਰਾਂ ਦੇ ਵਿੱਚ ਜਿਵੇਂ ਗੌੜੀ ਹੈ ਜਿਹੜੀ, ਉਹਦੇ ਇਹ ਗੌੜੀ ਗੁਆਰੇਰੀ, ਇੱਕ ਤਾਂ ਕੱਲੀ ਗੌੜੀ ਹੋ ਗਈ, ਗੌੜੀ ਗੁਆਰੇਰੀ, ਕਿਸਮ ਦਾ ਫਰਕ ਪੈ ਗਿਆ।
ਤੇ ਇਹ 151 ਅੰਗ ਤੇ ਸ਼ੁਰੂ ਹੋ ਜਾਣੀ ਹੈ। ਉਸ ਤੋਂ ਬਾਅਦ ਦੂਜੇ ਸਥਾਨ ਤੇ ਗੌੜੀ ਦੱਖਣੀ ਦੂਸਰੀ ਕਿਸਮ, ਗੌੜੀ ਚੇਤੀ ਤੀਸਰੀ ਕਿਸਮ, ਗੌੜੀ ਵੈਰਾਗਣ ਚੌਥੀ ਕਿਸਮ, ਗੌੜੀ ਪੂਰਬੀ ਦੀਪਕੀ ਪੰਜਵੀਂ ਕਿਸਮ, ਗੌੜੀ ਪੂਰਬੀ ਛੇਵੀਂ ਕਿਸਮ, ਗੌੜੀ ਦੀਪਕੀ ਸੱਤਵੀਂ ਕਿਸਮ, ਗੌੜੀ ਮਾਝ ਅੱਠਵੀਂ ਕਿਸਮ, ਗੌੜੀ ਮਾਲਵਾ ਨੌਵੀਂ ਕਿਸਮ, ਗੌੜੀ ਮਾਲਾ 10ਵੀਂ ਕਿਸਮ, ਗੌੜੀ ਸੋਠ 11ਵੀਂ ਕਿਸਮ। ਇਹ 11 ਤਾਂ ਇਸ ਪ੍ਰਕਾਰ ਮਿਲਦੇ ਆ। ਕੁਝ ਵਿਦਵਾਨਾਂ ਨੇ ਇੱਥੇ ਤੱਕ ਮੰਨਿਆ, ਪਰ ਮਹਾਂਪੁਰਖ ਤਤਵੇ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਉਹਨਾਂ ਨੇ ਇਹ ਕੀਤਾ ਵੀ ਇਹ 2 ਪ੍ਰਕਾਰ ਦੀ ਗੁਪਤ ਰੂਪ ਦੇ ਵਿੱਚ, ਇਸ ਕਰਕੇ 12ਵੀਂ ਤੇ 13ਵੀਂ ਆਉਂਦੀ ਹੈ, ਮੰਨਣਯੋਗ ਬਾਤ ਹੈ। ਤੇ ਇਸ ਕਰਕੇ ਕੁਝ ਦੂਸਰੇ ਰਾਗਾਂ ਨੂੰ ਨਾਲ ਮਿਲਾ ਕੇ ਜਿਹੜਾ ਫਿਰ ਉਹ ਗੌੜੀ ਦਾ ਰੂਪ ਬਣਾਇਆ ਹੈ। ਤੇ 2 ਮਹਾਰਾਜ ਸਾਹਿਬ ਨੇ ਗੁਪਤ ਰੂਪ 'ਚ ਰੱਖੀਆਂ। 13 ਕਿਸਮ ਦੀ ਗੌੜੀ ਹੈ। ਤੇ ਇਸ ਤਰ੍ਹਾਂ ਸਿੱਧ ਜਿਹੜੀ ਹੈ ਉਹ 11 ਕਿਸਮ ਦੀ ਜਿਹੜੀ ਹੈ ਉਹ ਕੇਵਲ ਗੌੜੀ ਰਾਗ ਦੇ ਵਿੱਚ ਇਹ ਕਿਸਮਾਂ ਆ ਗਈਆਂ, 11 ਕਿਸਮਾਂ ਆ ਗਈਆਂ। ਇਸ ਤੋਂ ਬਾਅਦ ਫਿਰ ਜਿਹੜੀਆਂ ਰਾਗੀਆਂ ਨੇ ਮੰਨੀਆਂ, ਮੈਂ ਉਹ ਆਪ ਜੀ ਨੂੰ ਸੁਣਾਉਣਾ ਵੀ ਉਹਨਾਂ ਨੇ 11 ਕਿਸਮਾਂ ਮੰਨੀਆਂ ਨੇ। ਤੇ 12ਵੀਂ ਕਿਸਮ ਆਸਾ ਰਾਗ ਦੀ ਕਾਫੀ ਆਉਂਦੀ ਹੈ। ਤੇ ਆਸਾ ਰਾਗ ਦੇ ਅੰਦਰ ਆਸਾਵਰੀ ਘਰ 16ਵੇਂ ਕੇ, ਇੱਥੇ ਫਿਰ 13ਵਾਂ ਰਾਗ ਇਹ ਸਮਝ ਲਓ। ਆਸਾਵਰੀ ਘਰ 17ਵਾਂ, ਇਹਦੇ ਵਿੱਚ 14ਵੀਂ ਕਿਸਮ ਆ ਗਈ। ਦੇਵ ਗੰਧਾਰ 15ਵੀਂ, ਬੜਹੰਸ ਦੱਖਣੀ 16ਵੀਂ, ਤਿਲੰਗ ਕਾਫੀ 17ਵੀਂ, ਸੋਹੀ ਕਾਫੀ 18ਵੀਂ, ਸੋਹੀ ਲਲਤ 19ਵੀਂ, ਬਿਲਾਵਲ ਦੱਖਣੀ 20ਵੀਂ, ਬਿਲਾਵਲ ਮੰਗਲ 21ਵੀਂ, ਬਿਲਾਵਲ ਗੋਂਡ 22ਵੀਂ, ਰਾਮਕਲੀ ਦੱਖਣੀ 23ਵੀਂ, ਨਾਟ ਤੇ 24। ਇਸੇ ਤਰ੍ਹਾਂ ਮਾਰੂ ਕਾਫੀ 25ਵੀਂ, ਮਾਰੂ ਦੱਖਣੀ 26ਵੀਂ। ਇਹਦੇ ਨਾਲ ਹੀ ਬਸੰਤ ਹਿੰਡੋਲ ਇਹ 27ਵੀਂ ਕਿਸਮ ਹੋ ਗਈ ਰਾਗ ਦੀ। ਕਲਿਆਣ ਭਵਾਲੀ 28ਵੀਂ ਕਿਸਮ ਹੋ ਗਈ। ਪ੍ਰਭਾਤੀ ਵਿਭਾਸ 29ਵੀਂ ਕਿਸਮ, ਪ੍ਰਭਾਤੀ ਦੱਖਣੀ 30ਵੀਂ ਕਿਸਮ, ਵਿਭਾਸ ਪ੍ਰਭਾਤੀ 31ਵੀਂ ਕਿਸਮ। ਇਹਦਾ ਮਤਲਬ ਹੈ 31 ਰਾਗ ਤੇ 31 ਰਾਗਾਂ ਦੇ ਜਿਹੜੇ ਪ੍ਰਕਾਰ, ਰਾਗ ਪ੍ਰਕਾਰ ਉਹਦੇ ਵਿੱਚੋਂ ਜਿਹੜੀਆਂ ਇਹ ਸਾਡੇ ਰਾਗੀ ਸਿੰਘ ਸਾਹਿਬਾਨਾਂ ਨੇ ਤੇ ਅੱਜ ਦੇ ਸਮੇਂ ਦੇ ਅੰਦਰ ਇਹਦੇ ਅਨੁਸਾਰ ਗਾਇਨ ਕਰਦੇ। ਇਹ ਜ਼ਰੂਰੀ ਸੀ ਇੰਨੀ ਕੁ ਬਾਤ। ਇਸ ਤੋਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਸਮੇਂ ਸ੍ਰੀ ਦਮਦਮਾ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਜਿਹੜੀ ਤਰਜੀਹ ਉੱਤੇ ਸਭ ਤੋਂ ਪਹਿਲਾਂ ਸਮੂਹ ਸਿੱਖ ਸੰਗਤਾਂ ਦੇ ਲਈ ਨਿਤਨੇਮ ਦੀਆਂ ਮੂਲ ਬਾਣੀਆਂ ਭਾਈ ਮਨੀ ਸਿੰਘ ਸਾਹਿਬ ਤੋਂ ਲਿਖਵਾਈਆਂ। ਸਭ ਤੋਂ ਪਹਿਲਾਂ ਅੰਮ੍ਰਿਤ ਬਾਣੀ, ਅੰਮ੍ਰਿਤ ਵੇਲੇ ਦੀ ਬਾਣੀ ਸ੍ਰੀ ਜਪਜੀ ਸਾਹਿਬ, ਫਿਰ ਰਹਿ ਰਾਸ ਸਮੇਂ ਸੰਧਿਆ ਸਮੇਂ ਦੀ ਬਾਣੀ ਸ੍ਰੀ ਰਹਿ ਰਾਸ ਸੋ ਦਾ ਰਹਿ ਰਾਸ, ਤੇ ਫਿਰ ਰਾਤ ਨੂੰ ਸੌਣ ਵੇਲੇ ਦੀ ਬਾਣੀ ਕੀਰਤਨ ਸੋਲਾ ਲਿਖੀ ਗਈ। ਇਸ ਤੋਂ ਅੱਗੇ ਸ੍ਰੀ ਰਾਗ ਆਰੰਭ ਕੀਤਾ ਮਹਾਰਾਜ ਸਾਹਿਬ ਨੇ। ਸ੍ਰੀ ਰਾਗ ਬਾਰੇ ਕੁਝ ਬਹੁਤ ਵਿਸ਼ੇਸ਼ ਜ਼ਰੂਰੀ ਗੱਲਾਂ ਹਨ। ਰਾਗਾਂ ਸੰਬੰਧੀ 2 ਮਤ ਹਨ। ਇੱਕ ਤਾਂ ਹਨੂਮਾਨ ਮਤ ਹੈ ਤੇ ਦੂਸਰੇ ਨੂੰ ਕਹਿੰਦੇ ਨੇ ਸ਼ਿਵ ਮਤ। ਹਨੂਮਾਨ ਮਤ ਦੇ ਅਨੁਸਾਰ ਤੇ ਉਹ ਰਾਗਾਂ ਦੀ ਜਿਹੜੀ ਵਿਚਾਰ ਸ਼ੁਰੂ ਹੁੰਦੀ ਹੈ ਉਹ ਭੈਰੋਂ ਰਾਗ ਤੇ ਸ਼ੁਰੂ ਹੁੰਦੀ ਹੈ। ਹੁਣ 84 ਰਾਗ ਰਾਗਮਾਲਾ ਵਿੱਚ ਗਿਣੇ ਹੈ। 6 ਰਾਗ 30 ਰਾਗਣੀਆਂ 48 ਉਹਨਾਂ ਦੇ ਅੱਗੇ ਜਿਹੜੇ ਪੁੱਤਰਨ ਰਾਗਾਂ ਦਾ ਜ਼ਿਕਰ ਹੈ। ਉਹ ਭੈਰੋਂ ਰਾਗ ਤੋਂ ਰਾਗਮਾਲਾ ਵਿੱਚ ਪ੍ਰਥਮ ਰਾਗ ਭੈਰੋ ਵੈ ਕਰੀ। ਪਰ ਸ਼ਿਵ ਜੀ ਦੇ ਮਤ ਅਨੁਸਾਰ ਪਹਿਲਾ ਰਾਗ ਸ੍ਰੀ ਰਾਗ ਲਿਖਿਆ ਗਿਆ ਤੇ ਗੁਰੂ ਸਾਹਿਬ ਨੇ ਦੋਵੇਂ ਥਾਵ ਰੱਖੇ ਗੁਰਸੂਰੇ ਵੀ ਕੋਈ ਉਂਗਲ ਨਾ ਉਠਾਏ। ਕੋਈ ਕਹੇ ਵੀ ਗੁਰੂ ਸਾਹਿਬ ਨੂੰ ਇਹ ਪਤਾ ਹੀ ਨਹੀਂ ਸੀ ਵੀ 2 ਪ੍ਰਕਾਰ ਦੀ ਪੱਧਤੀ ਰਾਗਾਂ ਦੀ, ਸ਼ਿਵ ਮਤ ਦੀ, ਹਨੂਮਾਨ ਮਤ ਦੀ। ਰਾਗਮਾਲਾ ਦੇ ਚ ਉਹਨੂੰ ਮੁੱਖ ਰੱਖ ਲਿਆ ਜੋ ਹਨੂਮਾਨ ਮਤ ਸੀ। ਤੇ ਇੱਧਰ ਗੁਰੂ ਗ੍ਰੰਥ ਸਾਹਿਬ ਦੇ ਜਿੱਥੋਂ ਰਾਗ ਸ਼ੁਰੂ ਹੋ ਗਏ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ, ਇੱਥੇ ਸ੍ਰੀ ਰਾਗ ਨੂੰ ਪਹਿਲ ਦੇ ਦਿੱਤੀ। ਇਸ ਕਰਕੇ ਸ੍ਰੀ ਰਾਗ ਪਹਿਲਾਂ ਲਿਖਿਆ ਗਿਆ। ਇਹ ਸ਼ਿਵ ਜੀ ਦੇ 5 ਮੁੱਖਾਂ ਦੇ ਵਿੱਚੋਂ, ਸ਼ਿਵ ਜੀ ਦੇ 5 ਮੂੰਹ ਮੰਨੇ ਆ। ਸ਼ਾਇਦ ਆਪਨੇ ਪਹਿਲੀ ਵਾਰ ਗੱਲ ਸੁਣੀ ਹੋਵੇ। ਉਹਦੇ 5 ਮੁੱਖਾਂ ਦੇ ਵਿੱਚੋਂ ਵੱਖਰੇ ਵੱਖਰੇ 5 ਮੁੱਖਾਂ ਦੇ ਨਾਮ ਹਨ। ਉਹਦੇ ਇੱਕ ਮੁੱਖ ਦਾ ਨਾਮ ਹੈ ਸਰਵੋਤਮ ਮੁੱਖ। ਜਿਹੜਾ ਸਰਵੋਤਮ ਮੁੱਖ ਹੈ ਇਹਦੇ 5 ਮੁੱਖਾਂ ਦੇ ਵਿੱਚੋਂ 5 ਰਾਗ ਪੈਦਾ ਹੋਏ ਜਿਹੜੇ ਡੌਰੂ ਵਜਾ ਕੇ ਉਹਨੇ ਖਾਸ ਰਾਗ ਉਨ ਗਾਏ, ਸ਼ਿਵ ਜੀ ਨੇ ਜਿਹੜੇ ਗਾਏ ਆ। ਤੇ ਉੱਥੋਂ ਜਿੱਥੇ ਉਹ ਸੰਗੀਤ ਅੱਗੇ ਜਨਮ ਲੈਂਦਾ ਹੈ, ਭਗਵਾਨ ਵਿਸ਼ਨੂੰ ਦੇ ਸ਼ੰਖ ਦੇ ਵਿੱਚੋਂ, ਆਵਾਜ਼ ਦੇ ਵਿੱਚੋਂ ਜਨਮ ਲੈਂਦਾ ਹੈ। ਉੱਥੋਂ ਜੋੜੀ ਦੀਆਂ ਤਾਲਾਂ ਸ਼ੁਰੂ ਹੋਈਆਂ, ਸੰਗੀਤ ਸ਼ੁਰੂ ਹੋਇਆ। ਸੰਗੀਤ ਦਾ ਮੁੱਢ ਹੈ ਕਹਿਣ ਦਾ ਮਤਲਬ। ਅਰਥ ਤਾਂ ਹੋਣੇ ਰਹਿਣ ਪਰ ਇਹ ਬਹੁਤ ਜ਼ਰੂਰੀ ਗੱਲਾਂ ਨੇ।
ਇਸ ਕਰਕੇ ਵੀ ਸ਼ਿਵ ਜੀ ਦਾ ਜਿਹੜਾ 5 ਮੁਖਾਂ ਦੇ ਵਿੱਚੋਂ ਸਰਬੋਤਮ ਨਾਮੇ ਮੁਖ ਹੈ, ਉਹਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਇਹ ਰਾਗ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਦਸਮ ਦੀ ਬਾਣੀ ਵਿੱਚ ਕਿਹਾ, ਪੰਚਾਨਨ ਜਾਤੇ ਸਿਵ ਪਏ ਵਿਚਾਰ ਕਰ। ਮਹਾਰਾਜ ਨੇ ਮੰਨਿਆ ਵੀ ਇਹ 5 ਮੁਖ ਹੈ। ਇਹ ਪ੍ਰਮਾਣ ਤਾਂ ਇਸ ਕਰਕੇ ਦਿੱਤਾ ਹੈ, ਕੋਈ ਇਹ ਕਹੇ ਵੀ ਉਹੀ ਕਲਪਨਾ ਹੀ ਕਰ ਲਈ ਹੈ 5 ਮੁਖਾਂ ਦੀ। ਦਸਮ ਗ੍ਰੰਥ 'ਚ ਲਿਖਿਆ ਵੀ ਇਹਦੇ 5 ਮੂੰਹ ਹੈ। 5 ਰਾਗ ਆਪਣੇ 5 ਮੁਖਾਂ 'ਚ ਉਚਾਰਨ ਕੀਤੇ। ਕਈਆਂ ਵਿਦਵਾਨਾਂ ਨੇ ਸ੍ਰੀ ਰਾਗ ਦੇ ਵਿੱਚ ਇੰਨੀ ਤਾਕਤ ਮੰਨੀ ਹੈ, ਪਰੰਪਰਾ ਹੈ ਇੱਕ, ਕਿ ਜੇ ਕੋਈ ਅਸਲੀ ਉਹ ਸਹੀ ਰਾਗੀ ਹੋਵੇ ਕਮਾਈ ਵਾਲਾ, ਵੀ ਸ੍ਰੀ ਰਾਗ ਦੀਆਂ ਪੂਰੀਆਂ ਸੁਰਾਂ ਤੇ ਸਹੀ ਸਮੇਂ ਤੇ ਗਾਇਨ ਕਰ ਲਵੇ, ਕਹਿੰਦੇ ਮੁਰਦੇ ਨੂੰ ਜਿੰਦਾ ਕਰਨ ਦੀ ਸ਼ਕਤੀ ਸ੍ਰੀ ਰਾਗ ਵਿੱਚ ਹੈ। ਪੁਰਾਣੇ ਸਮੇਂ ਤੇ ਪਰੰਪਰਾ। ਹੁਣ ਇਸ ਦੇ ਮੁਰਦਾ ਜਿਉਂਦਾ ਕਰਨ ਤੱਕ ਸ੍ਰੀ ਰਾਗ ਤੇ ਮੁਰਦਾ ਜਿਹੜਾ ਹੋਣ ਦੀ, ਜਿਉਂਦਾ ਹੋਣ ਦੀ ਗੱਲ ਹੈ। ਅੱਜ ਦੇ ਨਾਸਤਿਕ ਯੁੱਗ ਵਿੱਚ ਇਹ ਗੱਲ ਹਾਸੋਹੀਣੀ ਬਣ ਜਾਏਗੀ। ਅਖੇ ਲਿਆਓ ਜੀ ਹੁਣ ਰਾਗੀ ਵੀ ਹੈਗੇ, ਸ੍ਰੀ ਰਾਗ ਪੜ੍ਹ ਕੇ ਦੇਖੋ, ਮੁਰਦਾ ਜਿਉਂਦਾ ਕਰ ਲਓ। ਉਹ ਸਮਾਂ ਮਜ਼ਾਕ ਹਟਾਉਣਗੇ। ਇਹ ਇੱਕ ਪ੍ਰਮਾਣ 'ਚ ਵਰਤੋ। ਇਹ ਸੀ ਪਰੰਪਰਾ, ਕਿ ਪਰੰਪਰਾ 'ਚ ਐਸਾ ਹੈ। ਇਹ ਠੀਕ ਹੈ ਜਾਂ ਗਲਤ ਹੈ, ਇਹ ਦੋਨਾਂ ਗੱਲਾਂ ਨੂੰ ਛੱਡ ਦਿਓ। ਪਰ ਇਹ ਗੱਲ ਇਸ ਦੁਬਿਧਾ ਨੂੰ ਛੱਡ ਕੇ, ਪਰ ਇਹ ਗੱਲ ਬਿਲਕੁਲ ਸਪਸ਼ਟ ਹੈ ਔਰ ਸਾਫ਼ ਸੁਥਰੀ ਹੈ, 100% ਸੱਚ ਹੈ ਕਿ ਪਰਮੇਸ਼ਰ ਦੀ ਯਾਦ ਵਿੱਚ ਜਿਹੜਾ ਪਰਮੇਸ਼ਰ ਦੀ ਬਾਣੀ ਦਾ ਪੜ੍ਹਨਾ ਹੈ, ਮੁਰਦਾ ਹੋਇਆ ਜੀਵ ਜੀ ਦਾਨ ਦੇ ਭਗਤੀ ਲੈਣ, ਪਰਮਾਤਮਾ ਦੀ ਯਾਦ ਵਿੱਚ ਮੁੜ ਜੀਵਤ ਹੋ ਜਾਂਦਾ ਹੈ। ਇਹ ਰਾਗਾਂ ਦੇ ਵਿੱਚ ਸ਼ਕਤੀ ਹੈ। ਰਾਗਾਂ ਦੇ ਵਿੱਚ ਜੋ ਬਾਣੀ ਉਚਾਰਨ ਕੀਤੀ ਹੈ ਅੰਮ੍ਰਿਤ ਬਾਣੀ ਦੀ, ਇਹ ਦੋਨੋਂ ਮਿਲ ਕੇ ਸੋਨੇ ਦਾ ਭਾਂਡਾ ਤੇ ਅੰਮ੍ਰਿਤ ਇਸ ਤਰ੍ਹਾਂ ਦਾ ਕੰਮ ਕਰੇ। ਜੋ ਪਰਮੇਸ਼ਰ ਦਾ ਪ੍ਰੇਮ ਹੈ, ਰਾਗ ਦਾ ਅਰਥ, ਰਾਗ ਹੈ ਨਾ ਪਹਿਲਾਂ, ਰਾਗ ਦਾ ਅਰਥ ਕੀ ਹੈ? ਪ੍ਰੇਮ। ਜੋ ਪਰਮੇਸ਼ਰ ਦਾ ਪ੍ਰੇਮ ਹੈ, ਉਹ ਸੰਸਾਰ ਦੇ ਸਾਰਿਆਂ ਪ੍ਰੇਮਾਂ ਵਿੱਚੋਂ ਸ੍ਰੀ ਕੀ ਹੈ? ਸਰੋਮਣ ਹੈ। ਸ੍ਰੀ ਦਾ ਅਰਥ ਸਰੋਮਣ, ਰਾਗ ਦਾ ਅਰਥ ਪ੍ਰੇਮ। ਪ੍ਰੇਮ ਤਾਂ ਆਪਣੇ ਬੱਚੇ ਨਾਲ ਵੀ ਹੈ, ਪਤੀ ਪਤਨੀ ਦਾ ਵੀ ਹੈ, ਪਦਾਰਥਾਂ ਨਾਲ ਵੀ ਹੈ, ਵਿਸ਼ੇ ਵਿਕਾਰਾਂ ਨਾਲ ਵੀ ਹੈ, ਆਪਣੇ ਸਰੀਰ ਨਾਲ ਵੀ ਸਾਨੂੰ ਪ੍ਰੇਮ ਹੈ। ਪਰ ਇਹ ਸ੍ਰੀ ਰਾਗ ਨਹੀਂ, ਯਾਨੀ ਰਾਗ ਪ੍ਰੇਮ, ਸ੍ਰੀ ਸਰੋਮਣ ਨਹੀਂ ਹੈ, ਨਾਸਵਾਨ ਹੈ। ਪਰਮਾਤਮਾ ਰਾਗ ਸਰੋਮਣ ਹੈ। ਭਾਵ ਕੀ ਹੋਇਆ ਵੀ ਪਰਮੇਸ਼ਰ ਦੇ ਪ੍ਰੇਮਾਂ ਭਗਤੀ, ਪਰਮੇਸ਼ਰ ਦੀ ਪ੍ਰੇਮਾਂ ਭਗਤੀ ਕਰਨ ਦੇ ਨਾਲ ਜਗਿਆਸੂ ਨੂੰ ਜੀ ਦਾਨ ਦੇ ਮਿਲਦਾ ਹੈ। ਜੀ ਦਾਨ ਦੇ ਭਗਤੀ ਹੈ। ਇਹ ਤੋਂ ਬਿਨਾਂ ਮੌਤ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ। ਉਹ ਜੀਵਨ ਦੇਣ ਵਾਲਾ, ਤਾਂ ਕਰਕੇ ਇਹ ਸ੍ਰੀ ਰਾਗ ਦਾ ਅਰਥ ਹੈ। ਸ੍ਰੀ ਰਾਗ ਦੇ ਅੰਤਰੀਵ ਅਰਥ ਜਿਹੜੇ ਨੇ, ਉਹਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਵੀ ਆਪਣਾ ਯੋਗਦਾਨ ਪਾਇਆ। ਉਹ ਕਹਿੰਦੇ ਨੇ ਨਾਭਾ ਜੀ, ਸ੍ਰੀ ਰਾਗ ਪੂਰਬੀ ਠਾੜ ਦਾ ਔੜਵ ਸੰਪੂਰਨ ਰਾਗ ਹੈ। ਆਰੋਹੀ ਵਿੱਚ 5 ਅਤੇ ਅਵਰੋਹੀ ਵਿੱਚ 7 ਸੁਰਾਂ ਲੱਗਦੀਆਂ। ਆਰੋਹੀ ਵਿੱਚ ਗੰਧਾਰ ਅਤੇ ਧੈਵਤ ਵਰਜਿਤ ਹੈ। ਰਿਸ਼ਵਵਾਦੀ ਅਤੇ ਪੰਚਮ ਸਵਾਦੀ ਸੁਰ ਹਨ। ਰਿਸ਼ਵ ਅਤੇ ਧੈਵਤ ਕੋਮਲ, ਮੱਧਮ ਤੀਵਰ ਹੈ, ਬਾਕੀ ਸੁਰ ਸੁੱਧ ਹਨ। ਇਹ ਰਾਗੀ ਸਿੰਘਾਂ ਦੇ ਕੰਮ ਆਉਣ ਵਾਲੀ ਗੱਲ ਹੈ। ਜਿਹੜੇ ਸੰਗੀਤ ਨਹੀਂ ਜਾਣਦੇ, ਰਾਗ ਨਹੀਂ ਜਾਣਦੇ, ਉਹਨਾਂ ਦੇ ਸਿਰ ਦੇ ਉੱਪਰ ਦੀ ਲੰਘਣ ਵਾਲੀ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇੱਕ ਸਾਸ ਜੀ ਗੁਰੂ ਗ੍ਰੰਥ ਸਾਹਿਬ ਤੋਂ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ ਪੁਸਤਕ ਹੈ। ਉਹਦੇ ਅਨੁਸਾਰ ਆਰੋਹ ਦੇ ਵਿੱਚ ਸਾ ਰੇ ਮੈਂ ਪਾ ਨੀ ਸਾ, ਅਵਰੋਹ ਦੇ ਵਿੱਚ ਸਾ ਨੀ ਧੋ ਪਾ ਮੈਂ ਗਾ ਰੇ ਸਾ, ਇਹ ਸੁਰਾਂ ਮੰਨੀਆਂ ਗਈਆਂ। ਸੰਧੀ ਪ੍ਰਕਾਰ ਹੋਣ ਕਰਕੇ ਇਸ ਰਾਗ ਦੇ ਗਾਇਨ ਦਾ ਸਮਾਂ ਜਿਹੜਾ ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਤੇ ਕੁਝ ਸਮਾਂ ਮਗਰੋਂ, ਸੂਰਜ ਡੁੱਬਣ ਤੋਂ ਥੋੜਾ ਚਿਰ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ ਸ੍ਰੀ ਰਾਗ, ਸੂਰਜ ਡੁੱਬਣ ਤੋਂ ਬਾਅਦ, ਛਿਪਣ ਤੋਂ ਬਾਅਦ। ਸ੍ਰੀ ਰਾਗ ਦੇ ਗਾਉਣ ਦਾ ਸਮਾਂ ਸ਼ਾਮ ਦਾ ਵੇਲਾ ਹੈ। ਸ੍ਰੀ ਰਾਗ ਸ਼ਾਮ ਦਾ, ਰਾਤਰੀ ਦਾ ਰਾਗ ਹੈ। ਕਰਤਾਰਪੁਰ ਵਾਲੇ ਸਰੂਪ ਵਿੱਚ 30 ਰਾਗ ਹਨ ਤੇ 30 ਰਾਗਾਂ 'ਚ ਪ੍ਰਭਾਤੀ ਰਾਗ ਸਭ ਤੋਂ ਬਾਅਦ ਵਿੱਚ ਹੈ। ਹੁਣ ਇਹਦੇ ਵਿੱਚੋਂ ਜਿਵੇਂ ਰਾਗ ਦੇ ਵਿੱਚੋਂ ਸ੍ਰੀ ਰਾਗ 'ਚੋਂ ਅਰਥ ਲਿਆ, ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਰਾਗਾਂ ਦੀ ਤਰਤੀਬ ਤੋਂ ਵੀ ਸਮਝਾਇਆ ਹੈ। ਅਗਿਆਨੀ ਮਨੁੱਖਾਂ ਦੀ ਜ਼ਿੰਦਗੀ ਜੋ ਅਵਿਦਿਆ ਦੀ ਰਾਤ ਤੋਂ ਸ਼ੁਰੂ ਹੋ ਕੇ ਗਿਆਨ ਦਾ ਚਾਨਣਾ ਪ੍ਰਾਪਤ ਕਰਨ ਵਾਸਤੇ ਗੁਰਬਾਣੀ ਦਾ ਉਪਦੇਸ਼ ਰਾਗਾਂ ਵਿੱਚ ਉਚਾਰਨ ਕੀਤਾ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੈ ਮਨ ਆਏ, ਯਾਨੀ ਸ੍ਰੀ ਰਾਗ ਤੋਂ ਬਾਣੀ ਸ਼ੁਰੂ ਹੋਈ ਨਾ। ਸ੍ਰੀ ਰਾਗ ਰਾਤਰੀ ਦਾ ਰਾਗ ਹੈ। ਰਾਤ ਸ਼ੁਰੂ ਹੋ ਗਈ, ਸ੍ਰੀ ਰਾਗ ਸ਼ੁਰੂ ਹੋ ਗਿਆ।
ਇਸੇ ਤਰ੍ਹਾਂ ਅਵਿਦਿਆ ਦੀ ਰਾਤ, ਜਦੋਂ ਜਨਮ ਲਿਆ ਵਿਦਿਆ ਦੀ ਰਾਤ ਸ਼ੁਰੂ ਹੋ ਗਈ। ਸਾਰੀ ਗੁਰਬਾਣੀ ਜਿਹੜੀ ਹੈ ਉਹ ਹੁਣ ਕਰਤਾਰਪੁਰ ਵਾਲੇ ਸਰੂਪ ਦੇ ਹੀ ਪਹਿਲਾਂ ਪ੍ਰਮਾਣ ਦਿੰਦੇ ਆਪਾਂ। ਸ੍ਰੀ ਰਾਗ ਤੋਂ 30ਵਾਂ ਰਾਗ ਕਿਹੜਾ ਆ ਗਿਆ? ਪ੍ਰਭਾਤੀ। ਅਵਿਦਿਆ ਦੀ ਰਾਤ ਇਸ ਗੁਰਬਾਣੀ ਦੇ ਜਿਹੜੇ 31 ਰਾਗਾਂ 'ਚ ਮਹਾਰਾਜ ਨੇ ਉਚਾਰਨ ਕੀਤੀ ਹੈ, ਗੁਰਬਾਣੀ ਇਸ ਜਗ ਮੈਂ ਚੰਨ, ਫਿਰ ਪ੍ਰਭਾਤ ਹੋ ਜਾਂਦੀ ਹੈ। ਜਾਣੀ ਗਿਆਨ ਦਾ ਚਾਨਣਾ ਹੋਣ ਵੇਲੇ ਉਹਨੂੰ ਪ੍ਰਭਾਤ ਮੰਨਿਆ ਵੀ ਚਾਨਣਾ ਹੋ ਗਿਆ। ਗੁਰਬਾਣੀ ਦੇ ਵਿੱਚ ਇਹ ਸ਼ਕਤੀ ਮੰਨੀ। ਜੇ ਕੋਈ ਕਹੇ ਵੀ ਇਹ ਤੁਸੀਂ ਇਸ ਤਰ੍ਹਾਂ ਤਾਂ ਠੀਕ ਹੈ ਵੀ ਬਣਾ ਲਿਆ, ਇਹ ਵੀ 30 ਰਾਗਾਂ ਦਾ ਇਸ ਤਰ੍ਹਾਂ ਹੈ, ਅਵਿਦਿਆ ਦੀ ਰਾਤ ਤੋਂ ਗਿਆਨ ਦੀ ਪ੍ਰਭਾਤ ਹੋਣ ਤੱਕ ਇਹ ਰਾਗਾਂ 'ਚ ਵੀ ਸੰਕੇਤ ਦਿੱਤਾ ਹੈ। ਸ਼ੰਕਾਵਾਦੀ ਕਹਿੰਦੇ ਵੀ ਜੈ ਜੈਵੰਤੀ ਦੀ ਤਰਤੀਬ ਕਿੱਧਰ ਆਊ? ਫਿਰ 31ਵੀਂ ਰਾਤ ਤਾਂ ਜੈ ਜੈਵੰਤੀ ਹੈ। ਉਹਦਾ ਉੱਤਰ ਕੀ ਹੈ? ਉਹਦਾ ਉੱਤਰ ਹੈ ਵੀ ਜਿਸ ਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਪ੍ਰਭਾਤ ਹੋ ਗਈ, ਉਸ ਦੀ ਫਿਰ ਇਹ ਲੋਕ ਦੇ ਵਿੱਚ, ਦੇ ਪਰਲੋਕ ਦੇ ਵਿੱਚ ਜੈ ਜੈਵੰਤ ਕੀ ਜੈ ਜੈਕਾਰ ਹੋ ਜਾਂਦੀ ਹੈ। ਜੈ ਜੈਕਾਰ ਵਾਲਾ ਬਣਦਾ ਪੈਂਦਾ। ਧਨਵੰਤੀ ਜਿਹਦੇ ਕੋਲ ਧਨ ਹੋਵੇ, ਜੈ ਜੈਵੰਤੀ ਜਿਹਦੇ ਕੋਲ ਜੈ ਜੈਕਾਰਾਂ। ਅਵਿਦਿਆ ਦੀ ਰਾਤ ਸਮਾਪਤ ਹੋ ਗਈ ਤੇ ਇਸ ਤਰ੍ਹਾਂ ਫਿਰ ਜੈ ਜੈਕਾਰ ਲੋਕ ਪਰਲੋਕ। 31 ਰਾਗਾਂ ਦੇ ਵਿੱਚੋਂ ਇਹ ਰਾਗਾਂ ਦੇ ਅਰਥ ਜਿਹੜੇ ਨੇ ਉਹ ਸਾਨੂੰ ਇਸ ਪਾਸੇ ਸੰਕੇਤ ਦਿੰਦੇ ਆ। ਇਹ ਜਿਹੜੇ ਅਰਥ ਨੇ ਇਹਨਾਂ ਨੂੰ ਆਪਾਂ ਕਹਿੰਦੇ ਆ ਗੌਣੀ ਅਰਥ। ਗੌਣੀ ਅਰਥ ਉਹ ਹੁੰਦਾ ਖਾਲਸਾ ਜੀ ਜਿਹੜਾ ਗੁਣ ਲੈ ਕੇ ਕੀਤਾ ਹੋਵੇ। ਇਸ ਕਰਕੇ ਗੌਣੀ ਅਰਥਾਂ ਦੇ ਵਿੱਚ ਇਹ ਹੈ। ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਰਾਗਾਂ ਵਿੱਚ ਸ੍ਰੀ ਰਾਗ ਨੂੰ ਪ੍ਰਮੁੱਖ ਦੱਸਦੇ ਹੋਏ ਫਰਮਾਇਆ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ। ਭਾਈ ਗੁਰਦਾਸ ਸਾਹਿਬ ਜੀ ਨੇ ਸ੍ਰੀ ਰਾਗ ਨੂੰ ਮਹਾਨ ਦੱਸਦੇ ਹੋਏ ਕਹਿੰਦੇ ਨੇ, ਪੰਛੀਆਂ ਮੇਂ ਹੰਸ, ਮਿਰਗ ਰਾਜਨ ਮੇਂ ਸਾਰਦੂਲ, ਰਾਗਨ ਮੇਂ ਸ੍ਰੀ ਰਾਗ ਪਾਰਸ ਬਖਾਨ ਹੈ। ਜਿਵੇਂ ਪੱਥਰਾਂ ਦੇ ਵਿੱਚ ਪਾਰਸ ਹੈ ਜਿਹੜਾ, ਉਸ ਦੀ ਬੜੀ ਮਹਾਨਤਾ ਹੈ, ਪੰਛੀਆਂ 'ਚ ਹੰਸ ਦੀ, ਤੇ ਰਾਗਾਂ ਵਿੱਚ ਕਹਿੰਦੇ ਸ੍ਰੀ ਰਾਗ ਸ਼੍ਰੋਮਣ ਹੈ। ਇਸ ਕਰਕੇ ਇਹ ਰਾਗ ਦੀ ਕੁਝ ਵਿਚਾਰ ਜਿਹੜੀ ਸੀ, ਸਮਾਂ ਭਾਵੇਂ ਅਰਥਾਂ ਤੋਂ ਪਹਿਲਾਂ ਕੁਝ ਆਪਣਾ ਇਸ ਪਾਸੇ ਖਰਚ ਹੋ ਗਿਆ। ਬੰਦਗੀ ਰੂਪ ਹੈ ਜਿਹੜੇ ਅਰਥਾਂ ਦੀ ਵਿਚਾਰ ਹੁੰਦੀ ਹੈ, ਪਰ ਇਹ ਬਹੁਤ ਜ਼ਰੂਰੀ ਸੀ। ਹੁਣ ਇਸ ਤੋਂ ਅੱਗੇ ਅਰਥ ਵਿਚਾਰ ਸ਼ੁਰੂ ਹੁੰਦੀ ਹੈ ਤੇ ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰਨੇ ਦੀ ਉਸ ਸ਼ਬਦ ਦੀ ਉਥਾਨਕਾ ਹੋਏਗੀ ਤੇ ਇਸ ਪ੍ਰਕਾਰ ਜੋ ਵਿਚਾਰ ਆ ਰਹੀ ਹੈ ਸਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸ਼ੁਰੂ ਕਰਨ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਮੰਗਲ ਕੀਤਾ ਜਿਹੜਾ 524 ਵਾਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ। ਇੱਕ ਅਦੁੱਤੀ ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਉਹਦਾ ਕਦੀ ਨਾਸ। ਤ੍ਰੈ ਕਾਲ ਅਵਧ ਤਿੰਗ ਸਤਤਿੰ, ਗੁਰ ਚੇਤਨ ਦਾ ਨਾਮ ਹੈ। ਪ੍ਰਸਾਦ ਆਨੰਦ ਸਰੂਪ ਹੈ, ਯਾਨੀ ਪਰਮੇਸ਼ਰ ਸਤ ਚੇਤਨ ਆਨੰਦ ਸਰੂਪ ਹੈ। ਇਹ ਮੰਗਲ ਦਾ ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਨੇ ਸਰੂਪ ਦਿੱਤਾ ਹੈ, ਇਹ ਵਸਤੂ ਨਿਰਦੇਸ਼ਕ ਮੰਗਲ ਹੈ ਜੀ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ। ਇਹ ਹੁਣ ਖਾਸ ਕਰਕੇ ਧਿਆਨ ਰੱਖਣਾ ਹੈ, ਜਿਵੇਂ ਹੁਣ ਭਾਈ ਸਾਹਿਬ ਨੇ ਬੋਲਿਆ ਇਸੇ ਤਰ੍ਹਾਂ ਬੋਲਣਾ ਹੈ। ਇਹਦੇ 'ਚ ਜਿਹੜੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਨਹੀਂ ਕਹਿਣਾ। ਕਿਉਂ ਨਹੀਂ ਕਹਿਣਾ? ਇਹਦੇ ਵਿੱਚ ਇੱਕ ਭੇਦ ਹੈ। ਜਿਹੜਾ ਅੰਕ ਹੈ, ਗਿਣਤੀ ਦਾ ਜਿਹੜਾ ਅੰਕ ਏਕਾ ਲੱਗਿਆ ਹੋਇਆ ਹੈ, ਇੱਕ ਤਾਂ ਪਹਿਲਾ ਅੱਖਰਾਂ 'ਚ ਲਿਖਿਆ ਹੋਇਆ ਹੈ। ਇਹ ਗਿਣਤੀ ਦਾ ਏਕਾ 'ਚ ਤਾਂ ਪਹਿਲਾ ਮੂਹਰੇ ਹੁੰਦਾ, ਤੇ ਪੰਜਾਬੀ ਦੇ ਗੁਰਮੁਖੀ 'ਚ ਲਿਖਿਆ ਹੋ ਪੱਪਾ ਹਾਏ ਅਨੁਸਾਰੀ ਲੱਲੇ ਨੂੰ ਕੰਨਾ ਪਹਿਲਾ, ਇਹ ਬਾਅਦ ਵਿੱਚ ਆਉਂਦਾ, ਫਿਰ ਆਪਾਂ ਨੂੰ 2 ਵਾਰੀ ਬੋਲਣਾ ਪੈਣਾ ਸੀ। ਜੇ ਇਹ ਪਿੱਛੇ ਆਵੇ ਤਾਂ ਫਿਰ 1 ਵਾਰੀ ਬੋਲਣਾ। ਇਹ ਲਿਖਿਆ ਬੋਲਣਾ, ਇਹ ਤਾਂ ਲਿਖ ਕੇ ਜਣਾਇਆ ਮਹਾਰਾਜ ਨੇ ਵੀ ਇਸ ਨੂੰ ਬੋਲਣਾ ਕਿਵੇਂ? ਤੁਸੀਂ ਇਸ ਨੂੰ ਇੱਕ ਨਹੀਂ ਕਹਿਣਾ, ਪਹਿਲਾਂ ਕਹਿਣਾ। ਤੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਤੇ ਵਸਤੂ ਨਿਰਦੇਸ਼ ਮੰਗਲ ਤੋਂ ਮਹਾਰਾਜ ਵਾਜ ਸਾਹਿਬ ਨੇ ਜਿਹੜਾ ਮਹੱਲਾ ਪਹਿਲਾ ਘਰ ਪਹਿਲਾ ਕਿਹਾ, ਇਹ ਤੋਂ ਭਾਵ ਸ਼ਬਦ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਅੱਖਰਾਂ ਵਿੱਚ ਪਹਿਲਾ ਲਿਖ ਕੇ ਇਹ ਦੱਸਿਆ ਗਿਆ ਕਿ ਜਦੋਂ ਇਸ ਤਰ੍ਹਾਂ ਮਹੱਲਾ ਦੇ ਨਾਲ ਏਕਾ ਆਵੇ ਤੇ ਇਸ ਨੂੰ ਤੁਸੀਂ ਇੱਕ ਨਹੀਂ ਪੜ੍ਹਨਾ, ਪਹਿਲਾ ਪੜ੍ਹਨਾ। ਇੱਕ ਪੜ੍ਹਾਂਗੇ ਗਲਤ ਹੋ ਜਾਊਗਾ। ਦੂਜਾ ਆਵੇ ਦੂਜਾ ਪੜ੍ਹਨਾ, 2 ਨਹੀਂ ਕਹਿਣਾ। ਤੀਜਾ ਆਵੇ ਤੀਜਾ ਪੜ੍ਹਨਾ, ਚੌਥਾ, ਪੰਜਵਾਂ, ਨਾਵਾਂ, 10ਵੇਂ ਪਾਤਸ਼ਾਹ ਦੀ ਬਾਣੀ ਹੋਵੇ ਤਾਂ ਉੱਥੇ 10ਵੀਂ ਕਹਿਣਾ, 10 ਨਹੀਂ ਕਹਿਣਾ ਹੈ। ਇਹ ਪੋਠੋ ਹਾਰੀਏ ਤ੍ਰੈ ਕਹਿੰਦੇ ਸੀ, ਮਹੱਲਾ ਤ੍ਰੈ ਉਹ ਫਿਰ ਅਸ਼ੁੱਧ ਬਣਦਾ ਹੈ, ਉਹਨੂੰ ਤ੍ਰੈ ਪੜ੍ਹ ਦਿੰਦੇ, ਅਸ਼ੁੱਧ ਹੈ। ਇਸ ਕਰਕੇ ਰਾਗਾਂ ਦੇ ਆਰੰਭ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਖਰਾਂ ਵਿੱਚ
ਪਹਿਲਾ ਲਿਖ ਕੇ ਸੁੱਧ ਉਚਾਰਨ ਦੱਸਿਆ। ਸਾਰੀ ਗੁਰਬਾਣੀ ਉਚਾਰਨ ਦਾ ਇਹੀ ਭੇਦ ਸਮਝਣਾ। ਘਰ, ਇੱਥੇ ਘਰ ਦਾ ਅਰਥ ਹੈ ਜਿਹੜਾ ਘਰ ਪਹਿਲਾ, ਇਸ ਨੂੰ ਘਰ ਪਹਿਲਾ ਪੜ੍ਹਨਾ ਹੈ। ਜਿਹੜਾ ਘਰ ਪਹਿਲਾ ਹੈ ਨਾ, ਇਸ ਤੋਂ ਭਾਵ ਕੀ ਹੈ ਕਿ ਪਹਿਲੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਘਰ ਪਹਿਲੇ ਤੋਂ ਭਾਵ ਹੈ ਵੀ ਪਹਿਲੇ ਸੁਰਤਾਲ ਵਿੱਚ ਮਹਾਰਾਜ ਸਾਹਿਬ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਹੈ। ਸੰਸਕ੍ਰਿਤ ਗ੍ਰੰਥਾਂ ਵਿੱਚ 64 ਧਾਮ ਲਿਖੇ ਹੋਏ ਨੇ, ਜਿਨ੍ਹਾਂ ਵਿੱਚੋਂ ਕਲਾਰੁਦਰ ਦੀਆਂ ਪੋਥੀਆਂ ਵਿੱਚ 44 ਉਚਾਰਨ ਕੀਤੇ ਗਏ ਨੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ 17 ਘਰਾਂ ਤੱਕ ਬਾਣੀ ਉਚਾਰਨ ਕੀਤੀ ਹੈ। ਸੰਸਕ੍ਰਿਤ ਵਿੱਚ ਧਾਮ ਅਤੇ ਗੁਰੂ ਸਾਹਿਬ ਜੀ ਨੇ ਸਾਡੀ ਗੁਰਮੁਖੀ ਬੋਲੀ ਦੀ ਘਰ ਉਚਾਰਨ, ਧਾਮ ਨੂੰ ਘਰ ਕਿਹਾ। ਧਾਮ ਵੀ ਉਹੀ, ਅਰਥ ਤਾਂ ਉਹੀ ਹੈ, ਪਰ ਗੁਰੂ ਸਾਹਿਬ ਨੇ ਘਰ ਵਰਤਿਆ, ਉੱਥੇ ਸੰਸਕ੍ਰਿਤ ਧਾਮ ਵਰਤਿਆ। ਘਰ ਭਾਵ ਜਿਸ ਵਿੱਚ ਨਿਵਾਸ ਹੁੰਦਾ ਹੈ, ਜਿਹਦੇ 'ਚ ਵਸਤੂਆਂ ਪਦਾਰਥ ਰੱਖੇ ਜਾਂਦੇ ਨੇ। ਇਸ ਤਰ੍ਹਾਂ ਰਾਗ, ਰਾਗਾਂ ਦਾ ਇੱਕ ਘਰ ਤਾਨ ਵਿੱਚ, ਤੇ ਜਿੱਥੇ ਰਾਗਾਂ ਦੀਆਂ ਸੁਰਾਂ ਤੇ ਤਾਲਾਂ ਰੂਪ ਵਸਤੂਆਂ ਟਿਕਾ ਕੇ ਰੱਖੀਆਂ ਹੋਈਆਂ ਨੇ। ਚੌਥੇ ਪਾਤਸ਼ਾਹ ਨੇ 16ਵੇਂ ਘਰ ਤੱਕ ਗਾਇਨ ਕੀਤਾ ਹੈ, ਜਦੋਂ ਕਿ 5ਵੇਂ ਪਾਤਸ਼ਾਹ ਨੇ 17 ਘਰ ਤੱਕ ਗਾਇਨ ਕੀਤਾ ਹੈ। ਸੁਰ ਅਤੇ ਤਾਲ ਦੋਹਾਂ ਨੂੰ ਜੋੜ ਕੇ ਘਰ ਸ਼ਬਦ ਵਰਤਿਆ। ਇਸ ਲਈ ਘਰ ਪਹਿਲਾ, ਇਸ ਨੂੰ ਪਹਿਲਾਂ ਹੀ ਪੜ੍ਹਨਾ ਹੈ ਤੇ ਇੱਕ ਨਹੀਂ ਕਰਨਾ ਕਦੇ ਵੀ ਗਲਤੀ ਨਾਲ। 17 ਘਰਾਂ ਤੱਕ ਇਸੇ ਤਰ੍ਹਾਂ ਪੜ੍ਹਦੇ ਜਾਣਾ ਹੈ। ਗੁਰੂ ਘਰ ਦੇ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਘਰ ਸੰਬੰਧੀ ਕੁਛ ਉਹਨਾਂ ਨੇ ਵੀ ਲਿਖੇ ਨੇ 4 ਅੱਖਰ। ਉਹਦੇ ਕਹਿੰਦੇ ਘਰ ਦੇ 2 ਅਰਥ ਨੇ, ਇੱਕ ਤਾਲ, ਦੂਜਾ ਸਵਰ। ਅਤੇ ਮੂਰਛਨਾਂ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਣ ਤੇ ਪ੍ਰਸਤਾਰ ਅਨੁਸਾਰ ਗਾਇਨ ਦੇ ਪ੍ਰਕਾਰ ਨੇ। ਡਾਕਟਰ ਭਾਈ ਵੀਰ ਸਿੰਘ ਜੀ ਦੇ ਅਨੁਸਾਰ ਸਾਜ਼ਾਂ ਵਿੱਚ 3 ਗ੍ਰਾਮ ਮੰਨੇ ਨੇ ਉਹਨਾਂ ਨੇ। ਗ੍ਰਾਮ ਤੋਂ ਘਰ ਬਣਦਾ ਹੈ। 3 ਗ੍ਰਾਮ ਦੀ ਸੁਰਾਂ ਤੇ ਟਿਕਾਣੇ ਤੇ ਘਰ ਤੇ ਇਹ ਘਰ ਹਨ। ਘਰ ਤੋਂ ਭਾਵ ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖਿਆ ਦਾ ਸੰਕੇਤ ਹੈ। ਤੇ ਇਸ ਤੋਂ ਅੱਗੇ ਆਓ ਵੀ ਇਹ ਸ਼ਬਦ ਮਹਾਰਾਜ ਨੇ ਕਿੱਥੇ ਉਚਾਰਨ ਕੀਤਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇਸ਼ ਰਟਨ ਕਰਦੇ ਹੋਏ 4 ਉਦਾਸੀਆਂ ਧਾਰਨ ਕੀਤੀਆਂ, ਪੂਰਬ, ਪੱਛਮ, ਉੱਤਰ, ਦੱਖਣ ਮਹਾਰਾਜ ਪਏ। ਮਹਾਰਾਜ ਸਾਹਿਬ ਜੀ ਇੱਥੇ ਸੰਗਰੂਰ ਦੇ ਕੋਲ ਨਾਨਕਿਆਣਾ ਸਾਹਿਬ ਗੁਰਦੁਆਰਾ ਸਾਹਿਬ ਹੈ, ਸ਼ਹਿਰ ਤੋਂ ਬਾਹਰ ਹੈ। ਇੱਥੇ ਬਾਹਰਲੇ ਪਾਸੇ ਮਹਾਰਾਜ ਸਾਹਿਬ ਜੀ ਬੈਠੇ, ਉੱਥੇ ਯਾਦਗਾਰੀ ਸਥਾਨ ਕਾਇਮ ਹੈ। ਇੱਥੇ ਬੈਠੇ ਸੀ, ਉਜਾੜ ਦੇ ਵਿੱਚ ਬੈਠਿਆਂ ਪਰਖ ਕਰਨ ਵਾਸਤੇ ਮਹਾਰਾਜ ਸਾਹਿਬ ਦੇ ਕੋਲ ਕਲਯੁਗ ਆਇਆ। ਹੁਣ ਕਲਯੁਗ ਕੀ ਹੈ ਇਹਨੂੰ ਵੀ ਸਮਝਣਾ। ਬਾਈਬਲ ਤੇ ਕੁਰਾਨ ਵਿੱਚ ਇੱਕ ਫਰਿਸ਼ਤੇ ਦਾ ਨਾਮ ਹੈ ਜੋ ਮਨੁੱਖ ਨੂੰ ਬਦੀ ਵੱਲ ਪ੍ਰੇਰਦਾ ਹੈ, ਤੇ ਇਸੇ ਨੂੰ ਹਿੰਦੂ ਮਤ ਦੇ ਵਿੱਚ, ਗੁਰਮਤਿ ਇਹਨੂੰ ਕਲਯੁਗ ਕਹਿ ਦਿੱਤਾ। ਇਹ ਖੁਦਾ ਦਾ ਫਰਿਸ਼ਤਾ ਹੈ ਜਿਹੜਾ ਮਨੁੱਖ ਨੂੰ ਬਦੀ ਵੱਲ ਪ੍ਰੇਰਦਾ। ਕੁਰਾਨ ਤੇ ਬਾਈਬਲ ਵਿੱਚ ਇਹ ਮੰਨਿਆ ਗਿਆ। ਇਹ ਮਹਾਰਾਜ ਸਾਹਿਬ ਜੀ ਦੇ ਕੋਲ ਆਇਆ ਪਰਖਣਾ ਕਰਨ ਵਾਸਤੇ। ਬੜੀ ਭਾਰੀ ਹਨੇਰੀ ਉਠਾਲ ਦਿੱਤੀ, ਰੋੜ ਕੰਕਰ, ਸੂਰਜ ਨਹੀਂ ਦਿਸਦਾ। ਇਹਨੂੰ ਦੇਖ ਕੇ ਮਰਦਾਨਾ ਜੀ ਭੈ ਭੀਤ ਹੋ ਗਏ ਤੇ ਡਰ ਗਿਆ। ਕਹਿਣ ਲੱਗਾ, ਮਹਾਰਾਜ ਲੱਗਦਾ ਹੈ ਇਹ ਹਨੇਰੀ ਮੇਰੀ ਜਾਨ ਲੈ ਜਾਏਗੀ, ਇਹ ਮੇਰੀ ਜਾਨ ਲੈਣ ਵਾਸਤੇ ਹਨੇਰੀ ਆਈ ਹੈ। ਮਹਾਰਾਜ ਹੱਸ ਕੇ ਕਹਿੰਦੇ, ਮਰਦਾਨੇ ਡਰਨਾ ਹੀ, ਪਰਮੇਸ਼ਰ ਨੂੰ ਚੇਤੇ ਕਰ। ਹਨੇਰੀ ਦੇ ਭੈ ਕਾਰਨ ਰੱਬ ਰੱਬ ਕਰਦੇ ਮਰਦਾਨੇ ਨੇ ਕਹਿੰਦੇ ਮੂੰਹ ਲੁਕੋ ਲਿਆ। ਬੜਾ ਭਾਰੀ ਬੱਦਲ ਗਰਜਿਆ, ਬਿਜਲੀ ਕੜਕੀ, 4 ਛਪੇਰੇ ਹਨੇਰਾ ਛਾ ਗਿਆ, ਗੜਿਆਂ ਦੀ ਵਰਖਾ ਹੋਣ ਲੱਗੀ, ਪਰ ਹਜ਼ੂਰ ਪਾਸ ਕੋਈ ਗੜਾ ਨਾ ਡਿੱਗਿਆ। ਕਲਯੁਗ ਆਪਣਾ ਜ਼ੋਰ ਲਾ ਕੇ ਜਦੋਂ ਹਾਰ ਗਿਆ, ਫਿਰ ਸਾਹਮਣੇ ਆ ਗਿਆ ਇੱਕ ਭਿਆਨਕ ਰੂਪ। ਸੋਨੇ ਰੰਗਾ ਇਹਦਾ ਸਰੀਰ ਲਿਖਿਆ ਸ੍ਰੀ ਨਾਨਕ ਪ੍ਰਕਾਸ਼ ਵਿੱਚ। ਹੱਥ ਵਿੱਚ ਇੱਕ ਤਾਂ ਜ਼ੁਬਾਨ ਫੜ ਲਈ, ਜੀਭ ਬਾਹਰ ਕੱਢ ਕੇ ਇੱਕ ਹੱਥ ਇਹ ਫੜ ਲਈ, ਦੂਜੇ ਹੱਥ ਵਿੱਚ ਸ਼ਿਸ਼ਨ ਇੰਦਰਾ ਜਿਹੜਾ ਹੈ ਗੁਪਤ ਅੰਗ, ਉਹਨੇ ਕਾਮ ਅੰਕਸ ਉਹ ਫੜ ਲਿਆ। ਇਹ ਭਿਆਨਕ ਰੂਪ ਕਰਕੇ ਮਹਾਰਾਜ ਸਾਹਿਬ ਦੇ ਸਾਹਮਣੇ, ਕਿਉਂਕਿ ਉਹ ਜ਼ੋਰ ਯਤਨ ਲਾ ਕੇ ਤਾਂ ਸਾਰਾ ਹਾਰ ਚੁੱਕਾ ਸੀ, ਸਤਿਗੁਰਾਂ ਦੇ ਚਰਨੀ ਪਿਆ। ਪਰ ਰੂਪ ਇਹੋ ਜਿਹਾ ਬਣਾਇਆ ਸੱਚੇ ਪਾਤਸ਼ਾਹ ਨੇ। ਉਸ ਸਮੇਂ ਕਲਯੁਗ ਕਹਿਣ ਲੱਗਿਆ, ਸੱਚੇ ਪਾਤਸ਼ਾਹ ਵੀ ਦੇਖੋ ਮੇਰਾ ਰਾਜ ਹੈ ਹੁਣ ਇਸ ਵੇਲੇ, ਮੇਰੇ ਰਾਜ ਦੇ ਤੁਸੀਂ ਅਵਤਾਰ ਧਾਰਿਆ, ਤੇ ਮੇਰਾ ਨਾਮ ਕਲਯੁਗ ਹੈ। ਮੈਂ ਆਪਣਾ ਪਰਿਚਾ ਦੇਣਾ ਤੁਹਾਨੂੰ। ਮੈਂ ਬਰਮਾ ਦਾ ਚੌਥਾ ਪੁੱਤਰ ਹਾਂ। ਪਹਿਲਾ ਸਤਯੁਗ ਸੀ, ਲੱਖ ਵਰ੍ਹੇ ਦੀ ਉਮਰ ਸੀ ਜੀਵਾਂ ਦੀ। 100 ਵਾਰੀ ਬੀਜਿਆ ਮਨੁੱਖ ਇੱਕ ਵਾਰੀ ਭੋਗਦਾ ਸੀ, ਤੇ 100 ਬੀਜ ਰੋਪ ਕੇ ਫਲਦਾ ਸੀ। ਜਿਹੜਾ ਔਗਣ ਕਰੇ, ਕੋਈ ਗੁਨਾਹ ਕਰੇ, ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ। ਤ੍ਰੇਤੇ ਵਿੱਚ 10,000 ਸਾਲ ਦੀ ਉਮਰ ਸੀ ਜੀਵਾਂ ਦੀ,
ਤੇ ਇੱਕ ਮਨੁੱਖ ਔਗਣ ਕਰਦਾ ਸੀ, ਉਹਦੇ ਪਾਪ ਦਾ ਬਦਲਾ ਨਗਰੀ ਨੂੰ ਭੋਗਣਾ ਪੈਂਦਾ ਸੀ। ਦੁਆਪਰ ਵਿੱਚ 1000 ਵਰ੍ਹੇ ਦੀ ਉਮਰ ਸੀ। ਜੇ ਕੋਈ ਪਾਪ ਕਰਦਾ ਸੀ ਉਹਦਾ ਫਲ ਉਹਦੀ ਕੁੱਲ ਨੂੰ ਭੋਗਣਾ ਪੈਂਦਾ, ਸਾਰੀ ਨੂੰ। ਪਰ ਹੁਣ ਮੇਰੇ ਰਾਜ ਵਿੱਚ ਦੇਖੋ ਮਹਾਰਾਜ ਨੇ ਮੈਂ ਇਹ ਸਹੂਲਤ ਹੈ, ਜਿਹੜਾ ਮਨੁੱਖ ਇੱਕ ਤਾਂ 100 ਸਾਲ ਦੀ ਉਮਰ ਤੱਕ ਇਹ ਵਿਧਾਨ ਹੈ, ਪਰ ਹੁਣ ਕਿੱਥੇ ਜਾਂਦੇ ਆ 100 ਸਾਲ ਤੱਕ ਭਾਈ। ਇਹ ਜਿਹੜਾ ਕਰਮ ਕਰੂਗਾ, ਇਹ ਕਰ ਕਰੇ ਤੋ ਇਹ ਕਰ ਪਾਏ। ਜਿਹੜੇ ਹੱਥ ਨਾਲ ਕਰਿਆ ਉਸੇ ਹੱਥ ਨੂੰ ਇਹ ਪਾਪ ਲੱਗੂਗਾ, ਦੂਜੇ ਨੂੰ ਨਹੀਂ ਲੱਗਦਾ। ਤੇ ਇਹ ਮੇਰਾ ਨਿਯਮ ਹੈ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਸਤਜੁਗ ਪਾਪ ਕਮਾਇਆ ਇਕਿਸ ਪਿੱਛੇ ਸਭ ਦੇਸ਼ ਦੁਖਾਲਾ। ਤ੍ਰੇਤੇ ਨਗਰੀ ਪੀੜੀਆ ਦੁਆਪਰ ਪਾਪ ਬੰਸ ਕਲੂ ਦਾਲਾ ਤੇ ਕਲੂ ਗਾਲਾ। ਇਹ ਦੋਨੇ ਪਾਠ ਨੇ। ਕਲਯੁਗ ਬੀਜੇ ਸੋਲਣੇ ਵਰਤੈ ਧਰਮ ਨਿਆਉ ਸੁਖਾਲਾ। ਫਲੇ ਕਮਾਣਾ ਤਿਹੋ ਜੁਗੀ ਕਲਯੁਗ ਸਫਲ ਧਰਮ ਤਤਕਾਲਾ। ਕਲਯੁਗ ਨੇ ਕਿਹਾ ਮੈਂ ਸਾਰਿਆਂ ਦੇ, ਮਹਾਰਾਜ ਸਾਹਿਬ ਨੇ ਕਹਿੰਦੇ ਆਪਣਾ ਹੋਰ ਪ੍ਰੀਚਾ ਦੇ ਕੀ ਕੀ ਕਰਿਆ ਤੈਂ ਹੁਣ ਤਾਈਂ। ਕਹਿੰਦਾ ਮੈਂ ਸਾਰਿਆਂ ਦੇ ਕਰਮ ਧਰਮ ਵਿਗਾੜ ਦਿੱਤੇ ਤੇ ਕਿਸੇ ਨੂੰ ਨਹੀਂ ਛੱਡਿਆ ਮੈਂ। ਹੇ ਮਹਾਰਾਜ, ਆਪ ਜੀ ਮੇਰੇ ਰਾਜ ਵਿੱਚ ਅਵਤਾਰ ਧਾਰਿਆ ਤੇ ਕਲਯੁਗ ਦਾ ਬੇਸ਼ਰਮੀ ਵਾਲਾ ਰੂਪ ਦੇਖ ਕੇ ਸਤਿਗੁਰਾਂ ਨੇ ਕਿਹਾ, ਕਹਿੰਦੇ ਫਿਰ ਆਹ ਨੰਗਤ ਢੰਗਾ ਹੋ ਕੇ ਮੇਰੇ ਸਾਹਮਣੇ ਕਿਉਂ ਆਇਆ? ਇਹ ਹਨੇਰੀ ਗੜੇ ਕਿਉਂ ਚਲਾਏ ਤੈਂ? ਭਿਆਨਕ ਰੂਪ ਪਿੱਛੇ ਤੇਰਾ ਮਨੋਰਥ ਕੀ ਹੈ? ਕਲਯੁਗ ਨੇ ਕਿਹਾ ਮਹਾਰਾਜ ਮੇਰੇ ਮਨੋਰਥ ਦੋ ਨੇ। ਕਿ ਪਹਿਲਾ ਮਨੋਰਥ ਤੁਹਾਨੂੰ ਭੈਭੀਤ ਕਰਨਾ ਸੀ, ਡਰਾਉਣਾ ਸੀ ਤੁਹਾਨੂੰ ਤੇ ਆਪਣੇ ਪ੍ਰਭਾਵ ਹੇਠ ਲੈਣਾ ਸੀ। ਉਹਦੇ ਵਿੱਚ ਤਾਂ ਮੈਂ ਸਫਲ ਨਹੀਂ ਹੋ ਸਕਿਆ। ਇਸ ਲਈ ਮੈਂ ਹੁਣ ਤੁਹਾਡੀ ਸ਼ਰਨਾਗਤ ਹਾਂ, ਸ਼ਰਨ ਵਿੱਚ ਆ ਗਿਆ। ਦੂਸਰਾ ਮਨੋਰਥ ਆਪ ਜੀ ਜੀਵਾਂ ਨੂੰ ਤਾਰਨ ਵਾਸਤੇ ਆਏ ਹੋ ਤੇ ਮੈਂ ਉਹਨਾਂ ਸਾਰੇ ਜੀਵਾਂ ਦਾ ਸੁਭਾਅ ਦੋ ਰਸਾਂ ਵਿੱਚ ਵਿਗਾੜ ਦਿੱਤਾ ਹੈ। ਇਹ ਮੈਂ ਤਾਂ ਰੂਪ ਧਾਰਨ ਕਰਿਆ ਹੈ, ਇਹ ਭਿਆਨਕ ਰੂਪ ਧਾਰਨ ਜੀਵਾਂ ਦੀ ਵਿਗੜੀ ਹੋਈ ਸ਼ਕਲ ਪੇਸ਼ ਕੀਤੀ ਹੈ ਮੈਂ। ਇਹ ਮੇਰੀ ਸ਼ਕਲ ਨਹੀਂ, ਕਲਯੁਗ ਦੇ ਜੀਵਾਂ ਦੀ ਸ਼ਕਲ ਹੈ, ਇਸਤਰੀ ਪੁਰਸ਼ਾਂ ਦੀ ਸ਼ਕਲ ਹੈ। ਮੇਰੇ ਰਾਜ ਵਿੱਚ ਖਾਣ ਤੇ ਭੋਗਣ ਤੋਂ ਬਿਨਾਂ, ਬੇਪੜਤ ਹੋਣ ਤੋਂ ਬਿਨਾਂ ਹੋਰ ਕੱਖ ਨਹੀਂ ਕਰਨਾ ਇਹਨਾਂ ਨੇ। ਨੰਗ ਧੜੰਗੇ ਹੋਣਗੇ। ਔਰਤ ਜਾਤੀ ਆਪਣਾ ਵੱਧ ਤੋਂ ਵੱਧ ਨੰਗ ਦਿਖਾਉਣ ਦੇ ਵਿੱਚ ਮਾਣ ਮਹਿਸੂਸ ਕਰੂਗੀ ਘਰ ਤੋਂ ਬਾਹਰ ਨਿਕਲ ਕੇ। ਤੇ ਪੁਰਸ਼ ਹੈ ਜਿਹੜਾ, ਉਹ ਵੀ ਖਾਣ ਪੀਣ ਭੋਗਣ ਤੋਂ ਬਿਨਾਂ ਹੋਰ ਕੋਈ ਦੂਸਰੀ ਗੱਲ ਨਹੀਂ ਰਹੇਗੀ। ਸ੍ਰੀ ਨਾਨਕ ਪ੍ਰਕਾਸ਼ ਵਿੱਚ ਜੋਰਾ ਹੁੰਦਾ ਹੈ, ਅਬ ਲੱਛਣ ਨਰ ਜੈਸੇ ਕਰਹੀ ਤੈਸੇ ਵੇਖ ਆਇਓ ਮੈਂ ਧਰਹੀ। ਮੈਂ ਉਹ ਜਿਹਾ ਲਫ਼ਜ਼ ਧਾਰਨ ਕੀਤਾ ਹੈ। ਦੈਵ ਸੰਪਤਾ ਤਜ ਕਰ ਸਾਰੇ ਦੁਆ ਇੰਦਰੇ ਸਵਾਦਨ ਬਸ ਕਾਰੇ। ਇਹ ਇਹਨਾਂ ਦੇ ਸਵਾਦ ਅਧੀਨ ਹੋ ਜਾਣਗੇ। ਹੁਣ ਮੈਂ ਆਪ ਜੀ, ਤੁਸੀਂ ਹੁਣ ਆਪ ਜੀ ਕਿਰਪਾ ਕਰੋ, ਮੇਰਾ ਉਧਾਰ ਕਰੋ, ਮੇਰੀ ਭੇਟਾ ਅੰਗੀਕਾਰ ਕਰ ਲਓ। ਮਹਾਰਾਜ ਨੇ ਪੁੱਛਿਆ ਕੀ ਭੇਟਾ ਦੇਣੀ ਚਾਹੁੰਦਾ ਹੈ? ਤਾਂ ਉਸ ਵੇਲੇ ਕਲਯੁਗ ਨੇ ਕਿਹਾ ਮੈਂ ਚਾਹੁੰਦਾ ਮਹਾਰਾਜ ਮੇਰੀ 4 ਪ੍ਰਕਾਰ ਦੀ ਭੇਟਾ ਪ੍ਰਵਾਨ ਕਰ ਲਓ। ਕਿਹੜੀ ਕਿਹੜੀ? ਹੀਰੇ ਮੋਤੀ ਨਾਲ ਜੜਤ ਸੁਗੰਧਿਤ ਪਦਾਰਥਾਂ ਦੇ ਨਾਲ ਲੱਦੇ ਹੋਏ ਸੁੰਦਰ ਮਕਾਨ ਤੇ ਮਨ ਨੂੰ ਮੋਹਣ ਵਾਲੀਆਂ ਸੁੰਦਰ ਇਸਤਰੀਆਂ, ਸਵਰਗ ਦੀਆਂ ਅਪਸਰਾਂ। ਤੀਸਰੇ ਨੰਬਰ ਤੇ ਭੇਟਾ ਦਿਆਂਗਾ ਰਿੱਧੀਆਂ ਸਿੱਧੀਆਂ, ਜਿਨ੍ਹਾਂ ਦਾ ਪ੍ਰਭਾਵ ਕਰਕੇ ਲੋਕ ਸੇਵਕ ਬਣ ਜਾਣ। ਚੌਥੀ ਭੇਟਾ ਚੱਕਰਵਰਤੀ ਰਾਜ, ਫੌਜਾਂ ਤੁਹਾਡੇ ਅਧੀਨ, ਇਹ ਸਾਰਿਆਂ ਤੇ ਹਕੂਮਤ ਕਰੋ। ਕਿਰਪਾ ਕਰਕੇ ਮੇਰੀ ਇਹ ਭੇਟਾ ਅੰਗੀਕਾਰ ਕਰੋ। ਸਤਿਗੁਰਾਂ ਨੇ ਕਿਹਾ ਤੇਰੀ ਭੇਟਾ ਸਵੀਕਾਰ ਮੈਂ ਨਹੀਂ ਕਰ ਸਕਦਾ। ਅਸੀਂ ਇਹਨਾਂ ਪਦਾਰਥਾਂ 'ਚ ਪਰਚਣ ਵਾਲੇ ਨਹੀਂ। ਪਹਿਲਾਂ ਡਰਾ ਕੇ ਤੇ ਹੁਣ ਮੈਨੂੰ ਲਾਲਚ ਦੇਣ ਲੱਗੇ। ਮਹਾਰਾਜ ਕਹਿੰਦੇ ਆਮ ਲੋਕਾਂ ਦਾ ਸੁਭਾਅ ਹੈ, ਸੁੰਦਰ ਮਕਾਨ ਚਾਹੀਦਾ ਤੇ ਦੂਜਾ ਭੋਗ ਪਦਾਰਥ ਹੈ, ਜਿਵੇਂ ਰਿੱਧੀਆਂ ਸਿੱਧੀਆਂ ਚਾਹੀਦੀਆਂ ਨੇ, ਰਾਜ ਭਾਗ ਚਾਹੀਦਾ ਹੈ, ਇੱਜ਼ਤ ਚਾਹੀਦੀ ਹੈ। ਮਹਾਰਾਜ ਨੇ ਚੌਹਾਂ ਦਾ ਖੰਡਨ ਕਰ ਦਿੱਤਾ। ਕਲਯੁਗ ਦੀ ਭੇਟ ਜਿਹੜੇ ਅੰਗੀਕਾਰ ਨਹੀਂ ਕੀਤੀ ਹੈ। ਇਸ ਤਰ੍ਹਾਂ ਬਚਨ ਵਿਲਾਸ ਕਰਦਿਆਂ ਹੋਇਆਂ ਕਲਯੁਗ ਮਹਾਰਾਜ ਦੇ ਵਿੱਚ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਫਿਰ ਮੈਨੂੰ ਬਖਸ਼ੋ, ਮੇਰਾ ਉਧਾਰ ਕਰੋ। ਸਤਿਗੁਰਾਂ ਨੇ ਪੁੱਛਿਆ ਵੀ ਤੂੰ ਇਹ ਦੱਸ ਵੀ ਰਾਜ ਹੋਰ ਕੀ ਕਰੇਗਾ? ਉਹ ਫਿਰ ਗਿੱਬ ਕੇ ਕਹਿੰਦਾ ਮਹਾਰਾਜ ਮੈਂ ਸਾਰੀ ਦੁਨੀਆ ਨੂੰ ਕਰਮ ਭ੍ਰਿਸ਼ਟ ਕਰ ਦਿਆਂਗਾ। ਵੀ ਮੇਰੇ ਪੈਰ 'ਚ ਕੋਈ ਸੁੱਚਮ ਨਹੀਂ ਰੱਖੇਗਾ। ਝੂਠ ਨਾਲ ਪਿਆਰ ਹੋ ਜਾਊਗਾ। ਝੂਠ ਬੋਲਣਗੇ ਪੈਰ ਤੇ, ਜਿੱਥੇ ਸਰੇ ਉੱਥੇ ਵੀ ਨਹੀਂ ਸਾਰਨਗੇ। ਸੁੱਚਮ ਨਹੀਂ ਰੱਖਣਗੇ, ਮੈਲਾ ਕਚੈਲਾ ਖਾਣਗੇ। ਤੇ ਕਿਸੇ ਦੇ ਵੀ ਮਨ ਨੂੰ ਮੈਂ ਸਾਫ਼ ਨਹੀਂ ਰਹਿਣ ਦਿਆਂਗਾ। ਮਨ ਦੇ ਵਿੱਚ ਫਰਕ ਪਾ ਦਿਆਂਗਾ। ਪਿਓ ਤੇ ਪੁੱਤ ਦਾ ਝਗੜਾ ਕਰਾਊਂਗਾ, ਨੂੰਹ ਤੇ ਸੱਸ ਦਾ ਝਗੜਾ ਕਰਾਊਂ, ਗਵਾਂਢੀ ਨਾਲ ਲੜੂਗਾ, ਦੇਸ਼ ਨਾਲ ਲੜਨਗੇ। ਤੇ ਇਸ ਤਰ੍ਹਾਂ ਧਰਮੀ ਬੰਦੇ ਧਰਮੀਆਂ ਨਾਲ ਲੜਨਗੇ। ਸਾਰਿਆਂ ਥਾਵਾਂ ਤੇ ਮੈਂ ਇਹ ਫਰਕ ਪਾ ਦਿੱਤਾ ਤੇ ਇਸ ਕਰਕੇ ਇਹ ਮੇਰਾ ਪ੍ਰਭਾਵ ਹੈ। ਇਸ ਕਰਕੇ ਮੈਂ ਸਾਰਿਆਂ ਦੀ ਲੜਾਈ ਜਿਹੜੀ ਹੈ ਉਹਨਾਂ ਨੂੰ ਮੰਦੇ ਕਰਮਾਂ 'ਚ ਪ੍ਰਵਿਰਤ ਕਰ ਦਿੱਤਾ।
ਔਰ ਸਾਰੇ ਲੋਕ ਵਿਵਚਾਰੀ ਹੋ ਜਾਣਗੇ, ਭਾਵੇਂ ਇਸਤਰੀਆਂ ਨੇ ਭਾਵੇਂ ਪੁਰਸ਼ ਨੇ, ਛੋਟੇ ਬੱਚਿਆਂ ਤੋਂ ਲੈ ਕੇ ਬਿਰਧਾਂ ਤੱਕ। ਉਹ ਫਿਰ ਭੋਗਾ ਬਿਰਤੀ ਧਾਰਨ ਕਰਨਗੇ, ਮੰਦੇ ਕਰਮ ਕਰਨਗੇ। ਜੀਵਨ ਉੱਚਾ ਨਹੀਂ ਮੈਂ ਰਹਿਣ ਦਿਉ ਕਿਸੇ ਦਾ। ਜੋ ਮੈਂ ਜੀਵ ਤੇ ਇੰਦਰੀ ਫੜ ਕੇ ਆਪਦੇ ਸਾਹਮਣੇ ਆਇਆ, ਇਹਦਾ ਭਾਵ ਇਹੀ ਹੈ, ਸਭ ਲੋਕ ਜੀਵ ਤੇ ਵਿਕਾਰਾਂ ਦੇ ਸਵਾਦ ਵਿੱਚ ਫਸਣਗੇ, ਮਾਇਆ ਪਿੱਛੇ ਦੌੜਨਗੇ, ਪਾਪ ਕਰਨਗੇ। ਤੇ ਰਾਮਚਰਿਤ੍ਰ ਮਾਨਸ ਦੇ ਵਿੱਚ ਵੀ ਤੁਲਸੀਦਾਸ ਨੇ ਕਿਹਾ, ਸੋਏ ਸਿਆਣ ਜੋ ਪ੍ਰਧਾਨ ਹਾਰੀ, ਜੋ ਕਰ ਦੰਭ ਬੜ ਆਚਾਰੀ, ਜੋ ਕਹੇ ਝੂਠ ਮਸਕਰੀ ਜਾਨਾ, ਕਲਯੁਗ ਸੋਏ ਗੁਣਮੰਤ ਬਖਾਨਾ। ਕਲਯੁਗ ਨੂੰ ਗੁਣਮੰਤ ਕਹੂਗਾ ਜਿਹੜਾ ਜਿੰਨਾ ਜ਼ਿਆਦਾ ਝੂਠ ਬੋਲੂ, ਨਾਸਤਕ ਬਣੇ ਦੀਆਂ ਗੱਲਾਂ ਕਰੂਗਾ। ਭਾਈ ਸੰਤੋਖ ਸਿੰਘ ਸਾਹਿਬ ਨੇ ਇਸੇ ਵਾਰਤਾ ਨੂੰ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਕਿਹਾ, ਚੋਰੀ ਜਾਰੀ ਨਿੰਦਿਆ ਕੂਰੰ, ਲੰਪਟ ਲੋਭੀ ਤ੍ਰਿਸ਼ਨਾ ਭੂਰੰ। ਮੇਰੇ ਰਾਜ ਦੇ ਵਿੱਚ ਕੀ ਕੀ ਹੋਏਗਾ? ਚੋਰੀ ਕਰਨਗੇ ਲੋਕ, ਯਾਰੀ ਕਰਨਗੇ, ਨਿੰਦਿਆ ਕਰਨਗੇ, ਝੂਠ ਬੋਲਣਗੇ, ਲੋਭੀ ਹੋ ਜਾਣਗੇ, ਤ੍ਰਿਸ਼ਨਾ ਬਹੁਤ ਹੋ ਜੂਗੀ। ਬਾਟ ਪਾਰ ਸੋ ਸੂਰ ਕਹਾਵੈ, ਜਿਹੜੇ ਲੁੱਟਣ ਵਾਲੇ ਨੇ ਕਹਿੰਦੇ ਸੂਰਮੇ ਕਹਾਉਣਗੇ। ਪਿਸਨ ਵੱਡੇ ਆਦਰ ਕੋ ਪਾਵਹਿ, ਜਿਹੜੇ ਚੁਗਲੀਆਂ ਕਰਨਗੇ ਉਹਨਾਂ ਦਾ ਸਤਿਕਾਰ ਹੋਊਗਾ। ਬਹੁ ਬੋਲਤ ਸੇ ਗੁਣੀ ਕਹਾਵੈ, ਜਿਹੜਾ ਬਹੁਤਾ ਬਕਵਾਸ ਮਾਰੂਗਾ ਨਾ ਉਹਨੂੰ ਕਹਿਣਗੇ ਬੜਾ ਗੁਣੀ ਆ ਜੀ ਇਹ। ਬੱਲੇ ਜੀ ਆਹ ਤਾਂ ਜਾਣਕਾਰੀ ਹੁਣ ਤੱਕ ਮਿਲੀ ਹੋ ਨਹੀਂ, ਇਹ ਤਾਂ ਕਿਸੇ ਸੰਤਾਂ ਤੋਂ ਨਹੀਂ ਮਿਲੀ ਜਿਹੜੀ ਜਾਣਕਾਰੀ ਸਾਨੂੰ ਹੁਣ ਮਿਲਣ ਲੱਗੀ ਹੈ। ਇਹ ਕਲਯੁਗ ਦਾ ਪਹਿਰਾ ਹੈ। ਸਾਚ ਕਹੈ ਤਿਸ ਸੱਠ ਠਹਿਰਾਵੈ, ਜਿਹੜਾ ਸੱਚ ਕਹੂਗਾ ਕਹਿਣ ਦੇ ਮੂਰਖ ਹੈ ਇਹ। ਇਸ ਕਰਕੇ ਗੁਣੀਆਂ ਕੇਰ ਨਿਰਾਦਰ ਹੋਊ, ਜਿਹੜੇ ਗੁਣੀ ਨੇ ਉਹਨਾਂ ਦਾ ਸੰਤ ਸਭੇ ਨਿਰਾਦਰ, ਉਹਨਾਂ ਦਾ ਨਿਰਾਦਰ ਹੋਊਗਾ। ਭੂਪ ਨਿਗਟ ਬੈਠੇ ਸੱਠ ਸਜੋਊ, ਰਾਜੇ ਦੇ ਨਿਗਟ ਵਰਜੀ ਸਰਕਾਰਾਂ ਦੇ ਹੋਣਗੇ ਜਿਹੜੇ ਅੱਬਲ ਦਰਜੇ ਦੇ ਮੂਰਖ ਹੋਣਗੇ, ਉਹਨਾਂ ਨੂੰ ਰਾਜੇ ਨੇੜੇ ਲਾ ਕੇ ਰੱਖਣਗੇ। ਭੂਪ ਕਹੈ ਹਮ ਕੋ ਨਿਤ ਟੋਟੂ, ਕਹਿੰਦੇ ਕਲਯੁਗ ਦੇ ਵਿੱਚ ਸਰਕਾਰਾਂ ਦੁਆਹੀ ਪਾਇਆ ਕਰਨਗੀਆਂ, ਸਾਡਾ ਜੀ ਖਜ਼ਾਨੇ ਖਾਲੀ ਹੋ ਗਏ, ਸਾਡੇ ਕੋਲ ਰਿਹਾ ਕੁਛ ਨਹੀਂ ਜੀ। ਸਰਕਾਰਾਂ ਕਿਹਾ ਕਰਨਗੀਆਂ, ਇਹ ਰਾਜੇ ਕਿਹਾ ਕਰਨਗੇ। ਕਹਿੰਦੇ ਪਰਜਾ ਕਹੇ ਹਮ ਲੇਹ ਖਸੋਟੂ, ਪਰਜਾ ਕਿਹਾ ਕਰੂ ਸਾਨੂੰ ਸਰਕਾਰ ਲੁੱਟ ਰਹੀ ਹੈ, ਉਹ ਕਿਹਾ ਕਰਨਗੇ ਕਿ ਖਜ਼ਾਨੇ ਖਾ ਲਿਓ। ਇਹ ਕਲਯੁਗ ਦਾ ਪਹਿਰਾ ਹੁਣ ਦੇਖ ਲਓ ਵੀ ਹੋ ਰਿਹਾ ਕਿ ਨਹੀਂ ਇਸ ਤਰ੍ਹਾਂ। ਸੋ ਇਸ ਕਰਕੇ ਨਾ ਸੰਨਿਆਸੀ ਸੰਚੈ ਬਹੁ ਧਨ ਕੋ, ਜਿਹੜੇ ਸੰਨਿਆਸੀ ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ, ਕਹਿੰਦੇ ਉਹ ਮਾਇਆ ਜੋੜਿਆ ਕਰਨਗੇ। ਸੰਨਿਆਸੀ ਸੰਤ ਜਿਹਨੂੰ ਤਿਆਗੀ ਕਹਿੰਦੇ ਆ। ਅਸਨ ਬਸਨ ਅਲਪ ਗ੍ਰਹਸਤਨ ਕੋ, ਗ੍ਰਹਸਤੀਆਂ ਦਾ ਗੁਜ਼ਾਰਾ ਮਸਾਂ ਮਸਾਂ ਹੋਇਆ ਕਰੂਗਾ। ਅੰਨ ਵਸਤਰ ਤੇ ਪਖੰਡੀਆਂ ਦੇ ਸੋਨਿਆਂ ਦੇ ਵੀ ਢੇਰ ਲੱਗੇ ਹੋਇਆ ਕਰਨਗੇ, ਉਹਨਾਂ ਕੋਲ ਬਹੁਤਾ ਪਦਾਰਥ ਹੋਇਆ ਕਰੂਗਾ। ਜਹ ਸਤ ਤਪ ਵਰਤ ਧਰਮ ਉਪਾਸਨ, ਸਭ ਇੱਕ ਵਾਰੇ ਕਰੋ ਬਿਨਾਸਨ। ਕਲਯੁਗ ਕਹਿੰਦਾ ਮੈਂ ਤਾਂ ਇੱਕੋ ਵਾਰੀ ਨਾਸ ਕਰ ਦੂੰ ਇਹਨਾਂ ਸਾਰਿਆਂ ਨੂੰ। ਜਦੋਂ ਕਲਯੁਗ ਨੇ ਇਸ ਪ੍ਰਕਾਰ ਦੇ ਰਾਜ ਦੀ ਹਾਲਤ ਗੁਰੂ ਸਾਹਿਬ ਨੂੰ ਦੱਸੀ ਤਾਂ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਕਲਯੁਗ ਫਿਰ ਹੁਣ ਤੂੰ ਸੁਣ ਲੈ। ਇਹ ਤਾਂ ਹੋ ਗਈ ਨਾ ਤੇਰੀ ਵਾਰਤਾ ਜਿਹੜੀ ਤੂੰ ਮੈਨੂੰ ਕਹਿ ਸੁਣਾਈ ਹੈ। ਜਿਸ ਦੇ ਹਿਰਦੇ ਵਿੱਚ ਮੂਲ ਮੰਤਰ ਹੋਏਗਾ, ਗੁਰਮੰਤਰ ਹੋਏਗਾ, ਉਚਾਰਨ ਕੀਤੀ ਹੋਈ ਬਾਣੀ ਹੋਗੀ, ਕਿਸੇ ਸਰੂਪ 'ਚ ਵੀ ਉਚਾਰਨ ਕਰੀਏ ਉੱਥੇ ਤੇਰਾ ਜ਼ੋਰ ਨਹੀਂ ਚੱਲੇਗਾ। ਤੇ ਕਲਯੁਗ ਨੇ ਬਚਨ ਕੀਤਾ ਮਹਾਰਾਜ ਨੇ, ਕਹਿੰਦੇ ਕਲਯੁਗ ਜਿਨ੍ਹਾਂ ਦੇ ਅੰਦਰ ਰੱਬੀ ਭੈ ਤੇ ਸ਼ਬਦ ਹੋਵੇਗਾ ਨਾ, ਵਸਿਆ ਹੋਵੇਗਾ, ਕਲਯੁਗ ਕਹਿੰਦਾ ਜੀ ਮੈਂ ਬਚਨ ਕਰਦਾ, ਮੈਂ ਫਿਰ ਉੱਥੇ ਆਪਣਾ ਜ਼ੋਰ ਨਹੀਂ ਪਾਵਾਂਗਾ। ਸਤਿਗੁਰੂ ਮਹਾਰਾਜ ਨੇ ਕਿਹਾ ਕਲਯੁਗ ਮੰਦ ਪ੍ਰਭਾਵ ਤੋਂ ਗੁਰਸਿੱਖਾਂ ਨੂੰ ਬਚਾਉਣ ਦੇ ਲਈ ਅਸੀਂ ਨਾਮਦੀਨੀ ਰੱਖੀ ਹੈ। ਸਤਿਗੁਰਾਂ ਨੇ ਬੈਰਾਗ ਵੀ ਉਪਦੇਸ਼ ਦਿੰਦੇ ਹੋਏ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ। ਇਹਦੇ ਨਾਲ ਇੱਕ ਹੋਰ ਜਾਣਕਾਰੀ ਲਓ, ਫਿਰ ਅੱਗੇ ਅਰਥ ਸ਼ੁਰੂ ਹੋ ਜਾਣੇ ਨੇ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਕਲਯੁਗ ਜਿਹੜਾ ਹੈ ਇਹ ਜਗਨਨਾਥ ਦਾ ਰਾਜਾ ਸੀ, ਜਗਨਨਾਥ ਦੇ ਪੰਡਿਆਂ ਦਾ ਵੱਡਾ ਰਾਜਾ ਸੀ ਇਹ, ਪਰ ਪਿਛੋਕੜ ਸੀ ਪੰਜਾਬ ਤੋਂ। ਉਹ ਇਹ ਵੀ ਲਿਖਦੇ ਆ ਉਹਨਾਂ ਦੀ ਔਲਾਦ ਨੂੰ ਲੋਕ ਹੁਣ ਤੱਕ ਕਲਯੁਗ ਕਹਿੰਦੇ ਆ। ਇਹ ਕਲਯੁਗ ਨਾਮੇ ਪੁਰਖ ਸੀ ਜੋ ਗੁਰੂ ਸਾਹਿਬ ਨੂੰ ਭਰਮਾਉਣ ਵਾਸਤੇ ਜਿਹਨੇ ਕੋਸ਼ਿਸ਼ ਕੀਤੀ, ਇਹ ਸ਼ਬਦ ਉਚਾਰਨ ਕੀਤਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਜਿਹੜਾ ਇਸ ਜਗ੍ਹਾ ਜਗਨਨਾਥ ਦੇ ਲਾਗੇ ਇੱਕ ਜੰਗਲ ਦੇ ਵਿੱਚ ਸ੍ਰੀ ਨਾਨਕ ਭਾਈ ਸੰਤੋਖ ਸਿੰਘ ਨੇ ਕਿਹਾ ਵੀ ਜੰਗਲ ਦੇ ਵਿੱਚ ਜਗਨਨਾਥ ਦੇ ਉੱਥੇ ਲਾਗੇ ਜੰਗਲ ਦੇ ਸ਼ਬਦ ਉਚਾਰਨ ਹੋਇਆ ਹੈ। ਤੇ ਅੰਮ੍ਰਿਤਸਰ ਵਾਲੀ ਸੰਪਰਦਾ ਦੇ ਵਿੱਚ ਵੀ ਤੇ ਉਹਨਾਂ ਨੇ ਵੀ ਇਹੀ ਮੰਨਿਆ ਕਿ ਉੱਥੇ ਹੋਇਆ ਇਹ। ਪਰ ਕਲਯੁਗ ਦਾ ਜਿਹੜਾ ਭਾਵੇਂ ਉਹ ਪੰਡਿਆਂ ਦੇ ਰਾਜੇ ਦੀ ਗੱਲ ਕੀਤੀ ਹੈ ਗਿਆਨੀ ਗਿਆਨ ਸਿੰਘ ਨੇ, ਪਰ ਕਲਯੁਗ ਦੇ ਅਧਿਆਖ ਦੇਵ ਦੀ ਗੱਲ ਜਿਹੜੀ ਹੈ ਉਹ ਨਾਨਕ ਪ੍ਰਕਾਸ਼ ਦੇ ਵਿੱਚ ਹੈ। ਪੰਜਾਬ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਕੋਲ ਇਤਿਹਾਸਕ ਸਥਾਨ ਇਸ ਗੱਲ ਦਾ ਸਬੂਤ ਹੈ ਕਿ ਕਲਯੁਗ ਦੀ ਵਾਰਤਾ ਇੱਥੇ ਹੋਈ ਹੈ।
ਇਸੇ ਕਾਰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹਨਾਂ ਨੇ ਇਹ ਵਾਰਤਾ ਸੰਗਰੂਰ ਦੇ ਕੋਲ ਨਾਨਕਿਆਣੀ ਸਾਹਿਬ ਦੀ ਉਹ ਮੰਨੀ ਹੈ। ਪਰ ਜੇ ਸਾਡੀਆਂ ਸੰਪਰਦਾਵਾਂ 'ਚ ਉੱਥੇ ਜਗਨਨਾਥ ਦੇ ਉਸ ਜੰਗਲ ਦੇ ਵਿੱਚ ਕਹਿੰਦੇ ਆ ਤਾਂ ਸ਼ਬਦ ਤਾਂ ਉਚਾਰਨ ਹੋਇਆ, ਚਾਹੇ ਉੱਥੇ ਹੋਇਆ ਚਾਹੇ ਇਸ ਥਾਂ ਤੇ ਹੋਇਆ। ਇਹ ਆਪਣੀ ਆਪਣੀ ਅਕੀਦਾ ਹੈ। ਅਸੀਂ ਆਪਣੇ ਪਰੰਪਰਾ ਦੇ ਅਨੁਸਾਰ ਜੋ ਚਲੀ ਆ ਰਹੀ ਹੈ ਉਹਦੇ ਅਨੁਸਾਰ ਐਸਾ ਹੈ। ਤੇ ਮਹਾਰਾਜ ਸਾਹਿਬ ਨੇ ਫਿਰ ਸ਼ਬਦ ਉਚਾਰਨ ਕੀਤਾ ਹੈ ਜੇ ਮੋਤੇ ਤਾਂ ਮੰਦਰ ਉਸਰੈ ਹੈ, ਰਤਨੀ ਤਾਂ ਹੋਏ ਜੜਾਓ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਕਲਯੁਗ, ਜੇਕਰ ਤੂੰ ਮੋਤੀ ਜਿਹੜੇ ਨੇ ਤੇ ਮੋਤੀਆਂ ਦਾ ਮੰਦਰ ਮਹਿਲ ਉਸਾਰ ਦੇਵੇਂ ਨਾ, ਸੋਨੇ ਦੀਆਂ ਇੱਟਾਂ ਤੇ ਮੋਤੀਆਂ ਨੂੰ ਪੀਸ ਕੇ ਚੂਨਾ ਬਣਾ ਲਵੇਂ, ਉਹ ਬਣਾ ਕੇ ਫਿਰ ਤੂੰ ਰੇਤੇ ਬਜਰੀ ਦੇ ਥਾਂ ਤੇ ਜੜਾਓ ਜੜਤੀ ਕਰ ਦੇਵੇਂ ਤੇ ਕੰਧਾਂ ਨੂੰ ਰਤਨਾਂ ਦੇ ਨਾਲ ਜੜ ਦੇਵੇਂ। ਰਤਨ 'ਚ ਵੀ ਰਤਨ ਜੜੇ ਹੁਣ ਕੰਧਾਂ ਦੇ ਵਿੱਚ, ਮੋਤੀਆਂ ਦੇ ਚੂਨੇ ਦੀਆਂ ਇੱਟਾਂ ਉਸਾਰੀ ਕਰ ਦੇਵੇਂ, ਇਹਨਾਂ ਰਤਨਾਂ ਦੀ ਜੜਕਾਰੀ ਕੀਤੀ ਹੋਵੇ ਜੇ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਕਸਤੂਰ ਜਿਹੜਾ ਕਸਤੂਰਬਾ ਇੱਕ ਮਿਰਗ ਹੁੰਦਾ ਹੈ, ਉਹਦੀ ਨਾਭੀ ਦੇ ਵਿੱਚੋਂ ਸੁਗੰਧਿਤ ਪਦਾਰਥ ਨਿਕਲਦਾ ਹੈ। ਇਹ ਉੱਤਰਾਖੰਡ ਦੇ ਵਿੱਚ ਹੇਮਕੁੰਡ ਸਾਹਿਬ ਵਾਲੇ ਉੱਥੇ ਪਹਾੜੀ ਦੇ ਵਿੱਚ ਇਹ ਕਸਤੂਰੇ ਮਿਰਗ ਪਾਏ ਜਾਂਦੇ ਆ। ਕੱਦ ਛੋਟਾ ਹੁੰਦਾ ਹੈ, ਬੜਾ ਚੰਚਲ ਹੁੰਦਾ ਹੈ, ਪੂੰਛ ਹਰ ਵਕਤ ਹਿਲਾਉਂਦਾ ਰਹਿੰਦਾ ਹੈ। ਤੇ ਹੁਣ ਸਰਕਾਰ ਨੇ ਕੁਝ ਕਸਤੂਰੇ ਮਿਰਗ ਪਾਲ ਕੇ ਕਸਤੂਰੀ ਲੈਣ ਕੇ ਜਿਹੜੀਆਂ ਫਾਰਮੇਸੀ ਵਾਲਿਆਂ ਨੂੰ ਦਿੰਦੇ ਆ, ਕੁਝ ਇਸ ਤਰ੍ਹਾਂ ਸਰਕਾਰ ਨੇ ਇੰਤਜ਼ਾਮ ਵੀ ਕੀਤਾ ਹੋਇਆ। ਤੇ ਉਹ ਕਹਿਣ ਤੋਂ ਭਾਵ ਕਸਤੂਰੀ ਸੁਗੰਧਿਤ ਪਦਾਰਥ ਹੈ ਤੇ ਦਵਾਈਆਂ ਵਿੱਚ ਬੜਾ ਇੱਕ ਵਰਦਾਨ ਸਾਬਤ ਹੁੰਦੀ ਰਹੀ ਹੈ। ਤੇ ਐਸੀ ਇਸ ਦੀ ਸੁਗੰਧੀ ਬਹੁਤ ਹੈ, ਸੁਗੰਧਿਤ ਪਦਾਰਥ ਹੈ। ਕੁੰਗੂ ਕੇਸਰ ਦਾ ਨਾਮ ਹੈ। ਅਗਰ ਜਿਹੜੇ ਸੁਗੰਧੀ ਵਾਲਾ ਬਿਰਸ਼ ਹੁੰਦਾ ਹੈ, ਉਹਦੀ ਲੱਕੜੀ ਜਿਹੜੀ ਆ, ਉਹਦੀਆਂ ਗੰਢਾਂ ਦੇ ਵਿੱਚ ਸੁਗੰਧਿਤ ਤੇਲ ਇਕੱਠਾ ਹੋ ਜਾਂਦਾ ਹੈ, ਉਹਨੂੰ ਅਗਰ ਚੰਦਨ ਕਹਿੰਦੇ ਨੇ। ਚੰਦਨ ਆਦਿਕ ਇਹਨਾਂ ਸੁਗੰਧੀਆਂ ਦੇ ਨਾਲ, ਉਹ ਅਗਰ ਦੀ ਲੱਕੜ ਹੈ, ਉਹਦੇ ਵਿੱਚ ਤੇਲ ਸੁਗੰਧਿਤ ਇਕੱਠਾ ਹੁੰਦਾ ਹੈ। ਚੰਦਨ ਇਹਨਾਂ ਸੁਗੰਧੀਆਂ ਦੇ ਨਾਲ ਜੇ ਸਾਰੇ ਮਕਾਨ ਲਿਪੇ ਹੋਣ, ਸੁੰਦਰ ਮਕਾਨਾਂ ਵਿੱਚ ਬੈਠਣ ਕਰਕੇ, ਪ੍ਰਵੇਸ਼ ਹੋਣ ਕਰਕੇ ਮਨ ਵਿੱਚ ਚਾਅ ਉਤਸ਼ਾਹ ਜਵੇ। ਸੁਗੰਧੀ ਨੂੰ ਜਦੋਂ ਸੁਗੰਧੀ ਲੈਂਦੇ ਨਾ, ਉਦੋਂ ਉਤਸ਼ਾਹ ਜਿਹਾ ਪੈਦਾ ਹੁੰਦਾ ਹੈ, ਦੁਰਗੰਧੀ ਆਉਂਦੀ ਹੈ, ਮਨ ਮਰਜਾਉਂਦਾ ਹੈ। ਤੇ ਇੰਨਾ ਸੁੰਦਰ ਮਕਾਨ 'ਚ ਕਸਤੂਰੀ ਕੇਸਰ ਚੰਦਨ ਆਦਿ ਰਗੜ ਕੇ ਆਪਣੇ ਸਰੀਰ ਦੇ ਉੱਤੇ ਪੋਚਾ ਵੀ ਫੇਰਿਆ ਹੋਵੇ, ਵੇਖਣ ਚਾਅ ਉਤਸ਼ਾਹ ਵੀ ਭਾਵੇਂ ਆਉਂਦਾ ਹੋਵੇ, ਐਸਾ ਜੇ ਹੋ ਜਵੇ। ਮਤ ਦੇਖ ਭੂਲਾ ਹੀ ਸਰੈ, ਤੇਰਾ ਚਿੱਤ ਨ ਆਵੈ ਨਾਉ। ਕਹਿੰਦੇ ਹੇ ਕਲਯੁਗ, ਤੇਰੇ ਦੱਸੇ ਹੋਏ ਮੰਦਰਾਂ ਪਦਾਰਥਾਂ ਨੂੰ ਦੇਖ ਵੇਖ ਕੇ ਨਾ ਆਪਣੇ ਆਪ ਨੂੰ ਮੈਂ ਸਿੱਖਿਆ ਦੇਣਾ ਕਿ ਹੇ ਮਨਾ, ਤੈਨੂੰ ਮਤਾਂ ਪਦਾਰਥਾਂ ਵਿੱਚ ਭੂਲਾ ਭੁੱਲੇ ਹੋਏ ਨੂੰ ਪਰਮਾਤਮਾ ਦਾ ਨਾਂ ਹੀ ਵਿਸਰ ਜਾਵੇ। ਹੇ ਕਲਯੁਗ, ਤੂੰ ਤਾਂ ਸਾਨੂੰ ਪਦਾਰਥਾਂ ਦਾ ਲਾਲਚ ਦਿੰਦਾ ਹੈ, ਪਰ ਸਾਡਾ ਨਿਸ਼ਚਾ ਜਿਹੜਾ ਹੈ ਇਹ ਹੈ ਵੀ ਤੇਰੇ ਪਦਾਰਥਾਂ ਦਾ ਅਤੇ ਤੇਰਾ ਸਾਨੂੰ ਨਾਮ ਵੀ ਚੇਤੇ ਨਾ ਆਵੇ। ਬਰਤਨਾਂ ਦਾ ਇੱਕ ਪਾਸੇ ਹੈ, ਇਹ ਪਦਾਰਥਾਂ ਦਾ ਕਦੇ ਚੇਤਾ ਨਾ ਆਵੇ, ਨਾ ਤੇਰਾ ਸਾ ਆਵੇ। ਕਲਯੁਗ ਨਾਲ ਵਾਰਤਾ ਕਰਦੇ ਹੋਏ ਅਕਾਲ ਪੁਰਖ ਦੇ ਸਨਮੁਖ ਆਪਣੀ ਬਿਰਤੀ ਕਰਕੇ ਕਹਿੰਦੇ ਨੇ, ਹੇ ਵਾਹਿਗੁਰੂ, ਇਹ ਕਲਯੁਗੀ ਪਦਾਰਥਾਂ ਨੂੰ ਦੇਖ ਕੇ ਮਤਾ ਮੇਰਾ ਧਿਆਨ ਤੇਰੇ ਨਾਮ ਤੋਂ ਭੁੱਲ ਜਾਵੇ, ਬਿਸਰੇ ਭੁੱਲੇ ਹੋਏ ਨੂੰ ਤੇਰਾ ਨਾਮ ਹੀ ਨਾ ਚੇਤੇ ਆਵੇ। ਇਹ ਪਦਾਰਥ ਮਹਾਰਾਜ ਭੁਲਾਉਣ ਵਾਲੇ ਹਨ। ਹਰ ਬਿਨ ਜੀਓ ਜਲ ਵੱਲ ਜਾਓ। ਬਿਨ ਤੇ ਵਿਸਰਾਮ ਭਾਈ ਜਿਵੇਂ ਲਾਇਆ ਸਹੀ ਹੈ। ਹਰ ਬਿਨ ਜੀਓ ਜਲ ਵੱਲ ਜਾਓ। ਇਹ ਕਹਿੰਦੇ ਹਰ ਬਿਨ ਜੀਓ ਜਲ ਵੱਲ ਜਾਓ, ਹਰ ਬਿਨ ਜੀਓ ਜਲ ਵੱਲ ਜਾਓ। ਅਸੀਂ ਤਾਂ ਇਹ ਨਿਸ਼ਚੈ ਕੀਤਾ ਹੈ ਕਿ ਹੇ ਕਲਯੁਗ, ਹਰ ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਜੀਓ ਜੀਵ ਤ੍ਰਿਸ਼ਨਾ, ਈਰਖਾ, ਕ੍ਰੋਧ, ਇਹਦੀ ਅਗਨੀ, ਉਸ ਅਗਨੀ ਦੇ ਵਿੱਚ ਸੜ ਬਲ ਰਿਹਾ ਹੈ, ਸੜ ਬਲ ਜਾਂਦਾ ਹੈ। ਹੇ ਅਕਾਲ ਪੁਰਖ, ਆਪ ਜੀ ਦੇ ਨਾਮ ਤੋਂ ਬਿਨ ਬਗੈਰ ਸਾਡਾ ਜੀਓ ਹਿਰਦਾ ਤ੍ਰਿਸ਼ਨਾ ਦੀ ਅਗਨੀ, ਇਹ ਜੀਵਾਂ ਦੀ ਹਾਲਤ ਕਹਿੰਦੇ ਨੇ ਮਹਾਰਾਜ। ਅਗਨੀ ਕਰਕੇ, ਕਾਮ ਦੀ ਅਗਨੀ ਕਰਕੇ, ਕ੍ਰੋਧ ਦੀ ਅਗਨੀ ਕਰਕੇ ਸੜਦਾ ਬਲਦਾ ਸਵਾਹ ਹੁੰਦਾ ਜਾਓ ਜਾਂਦਾ ਹੈ ਜੇ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਹੇ ਕਲਯੁਗ, ਮੈਂ ਆਪਣਾ ਗੁਰੂ ਅਕਾਲ ਪੁਰਖ ਪੁੱਛ ਕੇ ਦੇਖਿਆ। ਕੀ ਦੇਖਿਆ? ਤੇ ਨਾਮ ਤੋਂ ਬਗੈਰ ਅਵਰ ਹੋਰ ਕੋਈ ਵੀ ਥਾਂ ਮੁਕਤ ਹੋਣ ਦੇ ਲਈ ਨਹੀਂ ਹੈ। ਤੇ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਵੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ? ਜਿਸ ਵੇਲੇ ਸੁਲਤਾਨਪੁਰ ਲੋਧੀ ਮਹਾਰਾਜ ਸਾਹਿਬ ਜੀ ਉੱਥੇ ਬੇਈ ਨਦੀ ਪ੍ਰਵੇਸ਼ ਹੋ ਕੇ ਸੱਚਖੰਡ ਪਹੁੰਚੇ
ਸਾਰੀਆਂ ਵਾਰਤਾ ਪਿੱਛੇ ਵੀ ਸੁਣ ਚੁੱਕੇ ਹੋ। ਮਰਿਆਦਾ ਕਾਇਮ ਕੀਤੀ। ਅਕਾਲ ਪੁਰਖ ਵਾਹਿਗੁਰੂ ਦੇ ਆਪ ਜੀ ਦੇ ਸਰੂਪ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਜਦੋਂ ਉੱਥੇ ਸੱਚਖੰਡ ਦੇ ਵਿੱਚ ਗਏ ਸਨ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮਹਾ ਮੰਤਰ ਨਿਰਾਕਾਰ ਦੇ ਰੂਪ ਦੀ ਆਵਾਜ਼ ਹੈ। ਤੇ ਫਿਰ ਸਾਕਾ ਉਹੀ ਅਕਾਲ ਪੁਰਖ ਦਾ ਜਿਹੜਾ ਸਾਕਾਰ ਰੂਪ ਦੇ ਵਿੱਚ ਆਵਾਜ਼ ਜਿਹੜੀ ਦਿੱਤੀ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਹ ਸੰਪੂਰਨ ਸ਼ਬਦ ਸੱਚਖੰਡ ਦੇ ਵਿੱਚ ਉਚਾਰਨ ਹੋਇਆ, ਉੱਥੇ ਉਚਾਰਿਆ ਗਿਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਸੀ, ਹੇ ਨਾਨਕ, ਤੇ ਤੁਸੀਂ ਜਿਹੜਾ ਇਸ ਮਹਾ ਮੰਤਰ ਨੂੰ ਜਪਣਾ, ਤੁਸੀਂ ਮੇਰੇ ਸਿੱਖ ਹੋ, ਜਿਹੜੇ ਤੁਹਾਡੇ ਸਿੱਖ ਹੋਣਗੇ, ਜਿਹੜਾ ਸੱਚਖੰਡ ਦੇ ਸੰਪੂਰਨ ਇਹ ਸ਼ਬਦ ਉਚਾਰਨ ਹੋਇਆ ਹੈ, ਇਹਦਾ ਜਿਹੜਾ ਜਾਪ ਕਰੇਗਾ ਸੰਪੂਰਨ, ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਬਖਸ਼ ਕੇ, ਜਿੱਥੇ ਸੱਚਖੰਡ 'ਚ ਇਹ ਨਿਰਗੁਣ ਤੇ ਸਰਗੁਣ ਸਰੂਪ ਆਪਾਂ ਦੋਨਾਂ ਨੇ ਉਚਾਰਨ ਕੀਤਾ, ਆਪ ਹੀ ਅਕਾਲ ਪੁਰਖ ਹੈ, ਆਪ ਹੀ ਨਿਰਗੁਣ ਆਪ ਸਰਗੁਣ ਵੀ ਹੋਈ, ਇਹ ਤਾਂ ਸਾਡੇ ਲਈ ਕਹਾਣੀ ਹੈ। ਉਹਦੇ ਸੰਪੂਰਨ ਜਨਮਾਂ ਜਨਮਾਂਤਰਾਂ ਦੇ ਪਾਪ ਛੱਡ ਕੇ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰੇਗਾ। ਤੋ ਮਹਾਰਾਜ ਸਾਹਿਬ ਜੀ ਨੇ ਬੇਬੇ ਨਾਨਕੀ ਨੂੰ ਕਿਹਾ ਸੀ, ਪ੍ਰਸ਼ਾਦ ਲਿਆਓ। ਪ੍ਰਸ਼ਾਦ ਲਿਆਂਦਾ, ਮੂਲ ਮੰਤਰ ਸੰਪੂਰਨ ਉਚਾਰਨ ਕੀਤਾ, ਬਖਸ਼ਿਸ਼ ਕੀਤੀ, ਭੈਣ ਨਾਨਕੀ ਦੇ ਪ੍ਰਤਾਏ ਸਾਰਿਆਂ ਨੂੰ ਦਿੱਤੀ। ਤੇ ਉੱਥੇ ਗੁਰਦੁਆਰੇ ਸਾਹਿਬ ਦੀ ਕੰਧ ਦੇ ਉੱਤੇ ਅੱਜ ਵੀ ਉਹ ਮੌਜੂਦ ਹੈ ਜਿੱਥੇ ਮਹਾਰਾਜ ਸੰਤ ਘਾਟ ਗੁਰਦੁਆਰੇ ਉਚਾਰਨ ਕੀਤਾ। ਇਸ ਕਰਕੇ ਅਕਾਲ ਪੁਰਖ ਨੂੰ ਗੁਰੂ ਕਿਹਾ ਗੁਰੂ ਨਾਨਕ ਦੇਵ ਜੀ ਨੇ। ਕਈ ਭੁੱਲੜ ਈਰਖਾਲੂ ਜਾਂ ਜਾਣ-ਬੁੱਝ ਕੇ ਸਿੱਖ ਸਿਧਾਂਤ ਨੂੰ ਢਾਹ ਲਾਉਣ ਵਾਸਤੇ ਗੁਰੂ ਜੀ ਨੂੰ ਇੱਕ ਵਿਦਵਾਨ ਨੇ ਕਹਿੰਦੇ ਜੀ ਖਵਾਜਾ ਪੀਰ ਨੂੰ ਗੁਰੂ ਸਾਹਿਬ ਨੇ ਗੁਰੂ ਮੰਨਿਆ, ਉਹ ਇਤਿਹਾਸਕ ਜਾਂ ਗੁਰਮਤਿ ਸਿਧਾਂਤ ਤੋਂ ਅਣਜਾਣ ਜਾਂ ਈਰਖਾਲੂ ਹੈ। ਪੰਡਤ ਹਰਮਿੰਦਰ ਸਿੰਘ ਜੀ ਸੰਸਕ੍ਰਿਤ ਦਾ ਗ੍ਰੰਥ ਲਿਖਿਆ, ਉਹਨੇ 10 ਗੁਰੂ ਜੋਤ ਦਿਵਾਕਰ ਉਹ ਗ੍ਰੰਥ ਦਾ ਨਾਂ ਹੈ। ਉਹਦੇ 'ਚ ਲਿਖਿਆ ਕਿ ਖਵਾਜਾ ਪੀਰ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਤੇ ਸਤਿਗੁਰਾਂ ਤੋਂ ਉਪਦੇਸ਼ ਪ੍ਰਾਪਤ ਕੀਤਾ। ਕਿੱਡੀ ਉਲਟ ਗੱਲ ਹੈ। ਜੇ ਖਵਾਜਾ ਪੀਰ ਉਹ ਤਾਂ ਆਪ ਸ਼ਿਸ਼ ਬਣਦਾ ਕਿ ਗੁਰੂ ਨਾਨਕ ਦਾ, ਉਲਟਾ ਉਸੇ ਨੂੰ ਗੁਰੂ ਬਣਾ ਦਿੱਤਾ, ਅਣਜਾਣਪਣ ਹੈ। ਤੇ ਇਸ ਕਰਕੇ ਆਪਣੇ ਗ੍ਰੰਥ ਦੇ ਵਿੱਚ ਉਹਨੇ 53 ਜਨਕਾਂ ਦਾ ਵੀ, ਇਹ ਜਿਹੜਾ 10 ਗੁਰੂ ਜੋਤ ਦਿਵਾਕਰ ਹੈ ਉਹਦੇ 'ਚ 53 ਜਨਕਾਂ ਦਾ ਵੀ ਜ਼ਿਕਰ ਕੀਤਾ ਹੈ ਤੇ ਜੈਮਲ ਫਤਿਹ ਦੀ ਬਹਾਦਰੀ ਦਾ ਵੀ ਜ਼ਿਕਰ ਕੀਤਾ ਹੈ ਗ੍ਰੰਥ ਦੇ ਵਿੱਚ। ਐਸੇ ਹਵਾਲੇ ਨੇ। ਤੇ ਕਈ ਲੋਕ ਸੰਤ ਰੇਣ ਨੂੰ ਗੁਰੂ ਜੀ ਦਾ ਗੁਰੂ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੈ। ਇਹ ਵੀ ਗਲਤ ਹੈ, ਕਿਉਂਕਿ ਸੰਤ ਰੇਣ ਸਤਿਗੁਰੂ ਦੇ ਸਾਹਮਣੇ ਭੋਜਨ ਛਕਣ ਵੇਲੇ ਤੇਜ ਪ੍ਰਤਾਪ ਨਹੀਂ ਸੀ ਸਹਿ ਸਕਿਆ ਜਦੋਂ ਸੱਚੇ ਸੌਦੇ ਦੀ ਬਾਤ ਆਉਂਦੀ ਹੈ। ਸੁਨ ਮਹੰਤ ਮਤ ਬੰਦ ਕਹੀ ਗਿਰਾ ਜਗ ਕੰਤ ਸੋ ਕਰ ਅਚਵੇਂਗੇ ਸੰਤ ਤੁਮ ਗੁਮਨ ਹੋ ਪੁਰ ਆਪਣੇ, ਤੁਸੀਂ ਚਲੇ ਜਾਓ ਅਸੀਂ ਪਿੱਛੋਂ ਭੋਜਨ ਛਕਾਂਗੇ। ਮਹੰਤ ਸੰਤ ਰਹਿਣ ਗੁਰੂ ਨੂੰ ਜਾਣ ਵਾਸਤੇ ਕਹਿੰਦਾ, ਕਿਉਂ ਕਹਿੰਦਾ? ਤੇਜ ਪ੍ਰਤਾਪ ਨਹੀਂ ਚੱਲ ਸਕਿਆ। ਮਹਾਰਾਜ ਨਗਰ ਨੂੰ ਚਲੇ ਗਏ ਤਾਂ ਪਿੱਛੋਂ ਚੇਲਿਆਂ ਨੇ ਪੁੱਛਿਆ ਮਹੰਤ ਨੂੰ, ਆਪ ਜੀ ਨੇ ਜੀ ਇਹਨਾਂ ਨੂੰ ਤੋਰ ਕਿਉਂ ਦਿੱਤਾ, ਸੇਵਾ ਕਰਨ ਦਿੰਦੇ? ਸੰਤ ਰਹਿਣ ਕਹਿੰਦਾ ਆਪਣੀ ਬੇਵਸੀ ਦੱਸਦਾ, ਕਹਿੰਦੇ ਮੈਂ ਇਹਨਾਂ ਦਾ ਤੇਜ ਪ੍ਰਤਾਪ ਨਹੀਂ ਸਹਿ ਸਕਿਆ, ਇਸ ਕਰਕੇ ਮੈਂ ਕਿਹਾ ਵੀ ਚਲੇ ਜਾਓ। ਉੱਥੇ ਬਚਨ ਆਉਂਦਾ ਹੈ, ਸੁਨ ਮਹੰਤ ਬੋਲਿਓ ਬਰਬਾਨੀ ਏਕੋ ਪਰਮ ਪੁਰਖ ਸੁਖਦਾਨੀ ਕਲਾਵਾਨ ਗਿਆਨੀ ਗੁਣਖਾਨੀ ਦੁਰਿਓ ਰਹਿ ਗਤ ਪਰਹਿ ਨਾ ਜਾਣੀ। ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਵੇਂ ਇਹ ਲੁਕਿਆ ਹੋਇਆ ਕਿਵੇਂ ਹੈ। ਭਇਓ ਅਸਹਿ ਮੁਝ ਤੇਜ ਪ੍ਰਭਾਉ, ਮੇਰੇ ਤੋਂ ਇਹਨਾਂ ਦਾ ਤੇਜ ਪ੍ਰਭਾਵ ਨਹੀਂ ਚੱਲ ਹੋਇਆ। ਜਾਨ ਤੇ ਦੀਨੀ ਜਾਨ ਰਜਾਉ, ਤਾਂ ਮੈਂ ਕਿਹਾ ਚਲੇ ਜਾਓ। ਫਿਰ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਸੰਤ ਰਹਿਣ ਤਾਂ ਕਹਿੰਦੇ ਇਹਨਾਂ ਦਾ ਤੇਜ ਪ੍ਰਤਾਪ ਨਹੀਂ ਚੱਲ ਸਕਿਆ, ਲੋਕਾਂ ਨੇ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਦੇਹਧਾਰੀ ਪਰੰਪਰਾ ਨੂੰ ਮੰਨਦੇ। ਇਹ ਸਭ ਗੱਲਾਂ ਗਲਤ ਨੇ। ਗੁਰੂ ਜੀ ਨੇ ਸਿੱਧਾਂ ਨਾਲ ਗੋਸ਼ਟ ਕਰਦਿਆਂ ਹੋਇਆਂ ਸਿੱਧਾਂ ਨੇ ਪੁੱਛਿਆ, ਤੇਰਾ ਗੁਰੂ ਕੌਣ ਹੈ? ਤੇਰਾ ਕਵਨ ਗੁਰੂ ਕਿਸ ਕਾ ਤੂੰ ਚੇਲਾ? ਉੱਤਰ ਕੀ ਸੀ? ਸ਼ਬਦ ਗੁਰੂ ਸੁਰਤ ਤੋਂ ਚੇਲਾ। ਇਹਨਾਂ ਗੱਲਾਂ ਤੇ ਸਿੱਟਾ ਕੀ ਨਿਕਲਦਾ? ਗੁਰੂ ਨਾਨਕ ਦੇਵ ਜੀ ਦਾ ਗੁਰੂ ਅਕਾਲ ਪੁਰਖ ਹੈ। ਹੋਰ ਕੋਈ ਸਾਧੂ ਸੰਤ ਪੀਰ ਫਕੀਰ ਜਾਂ ਖਵਾਜਾ ਜਾਂ ਆ ਜਿਹੜੇ ਇਹ ਮਨਮਤ ਲੋਕ ਕਰਦੇ ਆ, ਅਕਾਲ ਪੁਰਖ ਨੂੰ ਗੁਰੂ ਦੱਸਦੇ ਫਰਮਾਉਂਦੇ ਨੇ। ਮੈਂ ਆਪਣਾ ਗੁਰ ਪੂਛ ਦੇਖਿਆ, ਇਹ ਆਪਣੇ ਗੁਰੂ ਦੀ ਗੱਲ ਅਕਾਲ ਪੁਰਖ ਦੀ ਕੀਤੀ ਹੈ। ਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਆਪਣੇ ਗੁਰੂ ਨੂੰ ਲੁਕਾਉਂਦੇ ਨਹੀਂ, ਬਲਕਿ ਇਹ ਕਿਹਾ, ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚ ਹੋ। ਜਿਹੜਾ ਆਪਣੇ ਗੁਰੂ ਨੂੰ ਛੁਪਾਵੇ ਚੰਗਾ ਨਹੀਂ ਹੁੰਦਾ। ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਹ ਫਿਰਾਹੀ, ਭਾਵ ਆਪਣਾ ਗੁਰੂ ਛੁਪਾਉਣ ਦੀ ਗੱਲ ਚੰਗੀ ਨਹੀਂ ਹੈ। ਇਸ ਕਰਕੇ ਗੁਰੂ ਬਾਰੇ ਆਪ ਕਹਿੰਦੇ ਨੇ, ਅਪਰੰਪਰ ਪਾਰਵ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਮੈਨੂੰ ਉਹ ਗੁਰੂ ਮਿਲਿਆ ਹੈ। ਤੋ ਇਸ ਕਰਕੇ ਪ੍ਰਕਿਰਤੀ ਤੋਂ ਜਿਹੜਾ ਪਾਰ ਬ੍ਰਹਮ ਪਰੇ ਹੈ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਾ ਚਰਨਾਂ ਕੋ ਬਲਿਹਾਰਾ। ਗੁਰੂ ਨਾਨਕ ਸਾਹਿਬ ਜੀ ਪਾਰ ਬ੍ਰਹਮ ਗੁਰੂ ਮਿਲਿਆ, ਇਹਦੀ ਪੁਸ਼ਟੀ ਬਾਣੀ 'ਚ ਹੋ ਰਹੀ ਹੈ। ਹੋਰ ਵੀ ਅਨੇਕਾਂ ਪ੍ਰਮਾਣ ਗੁਰਬਾਣੀ ਦੇ ਵਿੱਚ ਨੇ।
ਇਸ ਕਰਕੇ ਇਹ ਸਿੱਧ ਹੋ ਜਾਂਦੇ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਨੂੰ ਗੁਰੂ ਕਿਹਾ, ਹੋਰ ਕਿਸੇ ਦੇਹਧਾਰੀ ਨੂੰ ਨਹੀਂ ਕਿਹਾ। ਤੇ ਪੁਰਾਣਕ ਤੱਥਾਂ ਅਨੁਸਾਰ ਇਹ ਜਦੋਂ ਸਭ ਤੋਂ ਪਹਿਲਾਂ ਬ੍ਰਹਮਾ ਨੂੰ ਸਿੱਖਿਆ ਮਿਲੀ ਹੈ, ਬ੍ਰਹਮਾ ਦਾ ਗੁਰੂ ਕੌਣ ਸੀ? ਉਹਦਾ ਗੁਰੂ ਵੀ ਬਾਣੀ ਸੀ, ਆਕਾਸ਼ ਬਾਣੀ ਹੋਈ ਸੀ ਉਹਦੇ ਦੁਆਰਾ ਬ੍ਰਹਮਣ। ਇਸ ਕਰਕੇ ਸ਼ਬਦ ਗੁਰੂ ਆਦਿ ਕਾਲ ਤੋਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੰਡੇ ਦੀ ਪਹੁਲ ਦੀ ਮਰਿਆਦਾ ਕਾਇਮ ਕਰਕੇ ਸਿੱਖਾਂ ਨੂੰ ਹਮੇਸ਼ਾ ਲਈ ਦੇਹਧਾਰੀ ਗੁਰੂ ਦੀ ਪਰੰਪਰਾ ਤੋਂ ਨਿਵਰਤ ਕਰਕੇ ਆਪ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਤੋ ਇਸ ਕਰਕੇ ਇੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਗੁਰੂ ਕਿਹਾ। ਕਿਸੇ ਨੇ ਭੁਲੇਖਾ ਨਹੀਂ ਖਾਣਾ ਜੇ। ਅਸਾਈ ਦੇ ਕੇ ਫਰਮਾਨ ਕਰਦੇ ਹਨ ਜੇ। ਧਰਤੀ ਤਾ ਹੀਰੇ ਲਾਲ ਜੜਤੇ ਪਲੰਗ ਲਾਲ ਜੜਾਓ। ਇਹਨੂੰ ਭਾਈ ਪਲੰਗ ਨਹੀਂ ਕਹਿਣਾ, ਇਹਨੂੰ ਪਲੰਗ ਕਹਿਣਾ। ਜਿਵੇਂ ਉਚਾਰਨ ਸੁਣਿਆ ਆਪ ਜੀ ਨੇ, ਪੋਲਾ ਦਾ ਬੋਲਣਾ, ਇਹ ਪੋਲਾ ਪਾਠ ਹੈ। ਧਰਤੀ ਤਾਂ ਹੀਰੇ ਲਾਲ ਜੜਤੀ। ਹੇ ਕਲਯੁਗ, ਜੇਕਰ ਧਰਤੀ ਨੂੰ ਹੀਰਿਆਂ ਲਾਲਾਂ ਦੇ ਨਾਲ ਤੂੰ ਜੜ ਦਵੇਂ, ਹਾਥੀ ਦੰਦ ਦੇ ਸੋਨੇ ਦੇ ਪਲੰਘ ਵੀ ਹੋਣ, ਉਹਨਾਂ ਦੇ ਵਿੱਚ ਲਾਲ ਜੜੇ ਹੋਣ, ਭਾਵੇਂ ਇਹ ਕੀਮਤੀ ਚੀਜ਼ਾਂ ਹੋਣ। ਮੋਹਣੀ ਮੁਖ ਮਣੀ ਸੋ ਹੈ ਕਰੇ ਰੰਗ ਪਸਾਓ। ਹੇ ਕਲਯੁਗ, ਸੋਹਣੀਆਂ ਇਸਤਰੀਆਂ ਹੋਣ, ਇਹ ਮਨੁੱਖ ਦੀ ਤੇ ਪੁਰਸ਼ ਦੀ ਕਮਜ਼ੋਰੀ ਹੈ। ਇੱਥੋਂ ਮਾਰ ਖਾਂਦੇ ਬੜੇ ਬੜੇ ਸੂਰਮੇ, ਬੜੇ ਬੜੇ ਰਿਸ਼ੀ ਮੁਨੀ ਅਵਤਾਰ ਪੈਗੰਬਰ, ਜਿਨ੍ਹਾਂ ਨੇ ਮੋਹਣੀਆਂ, ਉਹਨਾਂ ਦੇ ਭੂਸ਼ਣ ਪਾਏ ਹੋਣ, ਜਿਨ੍ਹਾਂ ਦੇ ਮੁੱਖ ਮਣੀਆਂ ਵਰਗੇ ਸ਼ੋਭਦੇ ਹੋਣ, ਉਹਨਾਂ ਦਾ ਮਿਲ ਕੇ ਰੰਗ ਕੌਤਕਾਂ ਦਾ ਪਸਾਉ ਜਿਹੜਾ ਪਸਾਰਾ ਕਰੇ, ਉਹਨਾਂ ਨਾਲ ਹੱਸਣਾ ਬੋਲਣਾ, ਵਿਸ਼ੇ ਰਸ ਦੀ ਚੇਸ਼ਟਾ ਕਰ ਲਵੇ। ਪਰ ਅਸੀਂ ਚੰਗਾ ਨਹੀਂ ਸਮਝਦੇ ਇਹਨੂੰ। ਉਹ ਸੁੰਦਰ ਮਣੀ ਵਰਗੇ ਮੁਖ ਵਾਲੀਆਂ ਇਸਤਰੀਆਂ ਦੇ ਰੰਗ ਪਿਆਰ ਦਾ ਪਸਾਉ ਪਸਾਰਾ ਜਿਹੜਾ ਕਰ ਲਵੇ, ਮਣੀਆਂ ਦੇ ਕੱਪੜੇ ਵੀ ਪਹਿਨ ਲਵੇ, ਸੋਹਣੇ ਹੀਰੇ ਮਾਣਕ ਆਦ ਗਹਿਣੇ ਚੂੜਾਮਣੀ ਆਦ ਗਹਿਣੇ ਸ਼ੋਭਦੇ ਹੋਣ, ਉਹਨਾਂ ਦਾ ਰੰਗ ਕੌਤਕ ਕਰੇ, ਪਸਾਉ ਪਸਾਰੇ ਪਸਾਰ। ਇਹਦੇ ਪਸਾਰੇ ਦੇ ਪੂਰਵਕ ਪ੍ਰਸੰਨ ਹੋ ਕੇ ਭਾਵੇਂ ਉਹ ਆਪਣੀ ਚਿੱਤ ਦੀ ਪ੍ਰਸੰਨਤਾ ਕਰ ਲਵੇ। ਮਤ ਦੇਖ ਭੁਲਾ ਈਸਰੈ ਤੇਰਾ ਚਿੱਤ ਨ ਆਵੈ ਨਾਉ। ਇਹ ਕਲਯੁਗ, ਤੇਰੇ ਦੱਸੇ ਹੋਏ ਪਦਾਰਥਾਂ ਨੂੰ ਦੇਖ ਕੇ ਮੈਂ ਆਪਣੇ ਮਨ ਨੂੰ ਸਿੱਖਿਆ ਦੇਣਾ ਕਿ ਹੇ ਮਨਾ, ਤੈਨੂੰ ਮਤਾਂ ਪਦਾਰਥਾਂ 'ਚ ਭੁੱਲਾ, ਇਹ ਭੁਲਾ ਦੇਵੇ ਕਲਯੁਗ। ਭੁੱਲੇ ਹੋਏ ਨੂੰ ਪ੍ਰਮਾਤਮਾ ਦਾ ਨਾਂ ਹੀ ਨਾ ਚੇਤੇ ਆਵੇ, ਬੀਸਰੇ ਭੁੱਲ ਜਾਵੇ। ਹੇ ਕਲਯੁਗ, ਤੂੰ ਸਾਨੂੰ ਪਦਾਰਥਾਂ ਦਾ ਲਾਲਚ ਦੇਣਾ ਹੈ। ਸਾਡਾ ਤਾਂ ਇਹ ਨਿਸ਼ਚਾ ਹੈ ਕਿ ਤੇਰੇ ਪਦਾਰਥਾਂ ਦਾ ਤੇ ਤੇਰਾ ਨਾਮ ਵੀ ਚੇਤੇ ਨਾ ਆਵੇ ਸਾਨੂੰ। ਕਲਯੁਗ ਨਾਲ ਵਾਰਤਾ ਕਰਦੇ ਹੋਏ ਅਕਾਲ ਪੁਰਖ ਦੇ ਸਨਮੁਖ ਬਿਰਤੀ ਕਰਕੇ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਕਲਯੁਗੀ ਪਦਾਰਥਾਂ ਨੂੰ ਦੇਖ ਕੇ ਮੇਰਾ ਮਨ ਕਿਤੇ ਤੇਰੇ ਧਿਆਨ ਨੂੰ ਭੁੱਲ ਨਾ ਜਾਵੇ, ਬੀਸਰੇ ਕਿਤੇ ਭੁੱਲ ਨਾ ਜਾਵੇ, ਮੈਨੂੰ ਤੇਰਾ ਨਾਮ ਨਾ ਭੁੱਲੇ। ਹੇ ਵਾਹਿਗੁਰੂ, ਹਰ ਵੇਲੇ ਚੇਤੇ ਰਹੇ। ਸਿੱਧ ਹੋਵਾ ਸਿੱਧ ਲਾਈ ਹਿਰਦ ਆਖਾਇਆ। ਹੇ ਕਲਯੁਗ, ਤੇਰੇ ਕਹਿਣ ਅਨੁਸਾਰ ਜੇ ਸਿੱਧ ਸਿੱਧੀਆਂ ਲਈ ਲੈ ਕੇ ਸਿੱਧ ਪੁਰਖ ਬਣ ਜਾਈਏ, ਅਤੇ ਰਿੱਧ ਹੁੰਦੀ ਹੈ ਜਿਹੜੀ ਅੰਨ ਦੀ ਅਤੋੜਤਾ ਦਾ ਨਾਮ ਹੈ। 5 ਸਿਰ ਅੰਨ ਪਕਾ ਲੈਣਾ, ਹਜ਼ਾਰਾਂ ਨੂੰ ਵਰ ਦੇਣਾ, ਮੁੱਕੇ ਨਾ, ਉਹਨੂੰ ਕਹਿੰਦੇ ਹੈ ਰਿੱਧੀ। ਤੇ ਇਸ ਪ੍ਰਕਾਰ ਦੇ ਜਿਹੜੀਆਂ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਹੇ ਕਲਯੁਗ, ਤੇਰੇ ਕਹਿਣ ਦੇ ਔਰ ਸਿੱਧੀਆਂ ਤੇ ਰਿੱਧੀਆਂ ਇਹ ਆਖਾਂ ਕਹੀਏ, ਭਾਵ ਸਾਡੇ ਪਾਸ ਆਓ ਵੀ ਆ ਜਾਣ, ਕਹਿਣ ਮਾਤਰ ਆ ਜਾਣ, ਸਾਡੇ ਕੋਲ ਕਹਿਣ ਮਾਤਰ ਆ ਸਕਦੀਆਂ, ਪਰ ਅਸੀਂ ਰਿੱਧ ਸਿੱਧ ਜਿਹੜੀ ਇਹ ਹੈ ਸਭ ਮੋਹ ਹੈ। ਰਿੱਧ ਸਿੱਧ ਤਾਕੀ ਦਾਸੀ, ਨਾਮ ਦੀਆਂ ਦਾਸੀਆਂ ਨੇ ਅਸੀਂ, ਇਹ ਸਾਡੇ ਕੋਲ ਨਾ ਸਭ ਕੁਝ, ਪਰ ਅਸੀਂ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਹਾਂ। ਇਸ ਕਰਕੇ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ। ਤੋ ਇਸ ਪ੍ਰਕਾਰ ਜਿਹੜੀਆਂ ਸਿੱਧੀਆਂ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀ ਕਰਨ, ਇਹ 8 ਮੁਖਨ 10 ਗੌਣ, ਇਹ ਸਾਰਾ ਕੁਝ ਜੋ ਹੈ ਜੀ, ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਪਸੰਦ ਨਹੀਂ ਕਰਦਾ, ਨਾਮ ਤੋਂ ਭੁਲਾਉਣ ਵਾਲੀਆਂ ਹਨ। ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ। ਅਣਮਾ ਸਿੱਧੀ ਦੇ ਬਲ ਨਾਲ ਅਣੂ ਜੈਸੇ ਗੁਪਤ ਹੋ ਜਾਈਏ, ਮਹਿਮਾ ਸਿੱਧੀ ਨਾਲ ਪ੍ਰਗਟ ਹੋ ਕੇ ਵੱਡਾ ਸਰੂਪ ਧਾਰਨ ਕਰ ਦੇ ਬੈਸਾ ਬੈਠ ਜਾਈਏ, ਅਤੇ ਲੋਕਾਂ ਦੇ ਵਿੱਚ ਬੜਾ ਭਾਉ ਪ੍ਰੇਮ ਰੱਖਣਾ ਕਿ ਵੱਡਾ ਭਾਰੀ ਸਿੱਧ ਹੈ ਜੀ, ਇਹ ਗੁਪਤ ਪ੍ਰਗਟ ਹੋ ਜਾਂਦਾ ਹੈ ਜੀ, ਲੋਕਾਂ ਦੀ ਨਿਗਾਹ ਤੋਂ ਗੁਪਤ ਹੋ ਜਾਈਏ, ਪ੍ਰਗਟ ਹੋ ਕੇ ਬੈਠ ਜਾਈਏ, ਇਹ ਸਿੱਧੀ ਹੋਵੇ। ਲੋਕਾਂ ਦੇ ਬੜਾ ਭਾਉ ਪਿਆਰ ਰੱਖਣਾ, ਇਹ ਭਾਰੀ ਸਿੱਧ ਪੁਰਸ਼ ਹੈ ਜੀ। ਇਸ ਤਰ੍ਹਾਂ ਦਾ ਭਾਵੇਂ ਪ੍ਰਾਪਤੀ ਹੋ ਜਾਵੇ। ਮਤ ਦੇਖ ਭੁਲਾ ਈਸਰੈ ਤੇਰਾ ਚਿੱਤ ਨ ਆਵੈ ਨਾਉ। ਇਹ ਕਲਯੁਗ, ਤੇਰੇ ਦੱਸੇ ਹੋਏ ਪਦਾਰਥਾਂ ਨੂੰ ਦੇਖ ਕੇ ਮੈਂ ਆਪਣੇ ਮਨ ਨੂੰ ਸਿੱਖਿਆ ਦੇਣਾ ਕਿ ਹੇ ਮਨਾ, ਤੈਨੂੰ ਮਤਾਂ ਪਦਾਰਥਾਂ ਵਿੱਚ ਭੁੱਲੇ ਹੋਏ ਨੂੰ ਪ੍ਰਮਾਤਮਾ ਦਾ ਨਾਂ ਹੀ ਵਿਸਰੈ ਭੁੱਲ ਜਾਵੇ। ਹੇ ਕਲਯੁਗ,
ਤੂੰ ਸਾਨੂੰ ਪਦਾਰਥਾਂ ਦਾ ਲਾਲਚ ਦੇਣਾ, ਪਰ ਸਾਡਾ ਨਿਸ਼ਚਾ ਤਾਂ ਇਹ ਹੈ ਕਿ ਤੇਰੇ ਪਦਾਰਥ ਤੇ ਤੇਰਾ ਸਾਨੂੰ ਨਾਮ ਵੀ ਚੇਤੇ ਨਾ ਆਵੇ। ਤੇ ਅਕਾਲ ਪੁਰਖ ਦੇ ਸਨਮੁਖ ਬਿਰਤੀ ਕਰਕੇ ਕਹਿੰਦੇ ਨੇ, ਹੇ ਅਕਾਲ ਪੁਰਖ ਜੀ, ਹੇ ਵਾਹਿਗੁਰੂ ਜੀ, ਇਹ ਕਲਯੁਗੀ ਪਦਾਰਥਾਂ ਨੂੰ ਦੇਖ ਕੇ ਮੇਰਾ ਮਨ ਜਿਹੜਾ ਮਤਾਂ ਧਿਆਨ ਤੋਂ, ਤੇਰੇ ਧਿਆਨ ਤੋਂ ਭੁੱਲ ਜਾਵਾਂ। ਤੂੰ ਮੇਰੇ ਤੇ ਕਿਰਪਾ ਕਰ, ਇਹ ਵਿਸਰੇ ਹੋਏ ਨੂੰ ਤੇਰਾ ਨਾਮ ਹੀ ਕਿਤੇ ਚੇਤੇ ਨਾ ਆਵੇ। ਸੁਲਤਾਨ ਹੋਆ ਮੇਲ ਲਸਕਰ, ਤਖਤ ਰਾਖਾ ਪਾਓ। ਹੇ ਕਲਯੁਗ, ਤੂੰ ਆਖਦਾ ਵੀ ਮੈਂ ਪਾਤਸ਼ਾਹੀ ਲੈ ਲਓ। 4 ਗੱਲਾਂ ਕਹੀਆਂ ਸੀ ਨਾ, ਅਸੀਂ ਸੁਲਤਾਨ ਚੱਕਰਵਰਤੀ ਬਾਦਸ਼ਾਹ ਬਣ ਜਾਈਏ। ਮੇਲ ਇਕੱਠੇ ਲਸ਼ਕਰ ਫੌਜਾਂ ਨੂੰ, ਕੋਈ ਜਿਸ ਤਰ੍ਹਾਂ ਘੋੜ ਸਵਾਰ, ਰਥ, ਪੈਦਲ, ਹਾਥੀ, ਇਹਨਾਂ ਦੀਆਂ ਸਵਾਰੀਆਂ ਹੋਣ, ਸਾਰੀ ਦੁਨੀਆ ਨੂੰ ਜਿੱਤ ਕੇ ਤਖਤ ਸਿੰਘਾਸਨ ਉਤੇ ਆਪਣਾ ਪਾਉ ਪੈਰ ਰੱਖ ਲਈਏ। ਐਸਾ ਬਾਦਸ਼ਾਹ ਵੀ ਭਾਵੇਂ ਹੋਵੇ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਆਓ। ਤਖਤ ਤੇ ਬੈਠ ਕੇ ਆਪਣੇ ਹੁਕਮ ਨਾਲ ਸਾਰੇ ਪਦਾਰਥ ਹਾਸਲ ਪ੍ਰਾਪਤ ਕਰ ਲਈਏ। ਤੇ ਜਿਹੜੇ ਭਾਵ ਕੀ ਹੈ, ਕਾਇਨਾਤ ਦੇ ਮੇਵੇ ਪ੍ਰਾਪਤ ਹੋਣ, ਫਲਾਣੀ ਬਲਾਇਤ ਦੇ ਵਿੱਚ ਅੱਛਾ ਤੋਹਫਾ ਆਓ ਪ੍ਰਾਪਤ ਹੋ ਜਵੇ, ਵੱਡਾ ਹੁਕਮ ਚੱਲਣ ਲੱਗ ਜਾਵੇ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਇਹ ਸਭ ਸਾਰੇ ਪਦਾਰਥ ਕੀ ਨ ਵਾਓ ਕੀ ਹੈ, ਹਵਾ ਦੀ ਨਹੀਂ ਆਈ ਨਾ। ਇਹ ਸਦਾ ਕਿਸੇ ਕੋਲ ਨਹੀਂ ਰਹਿੰਦੇ। ਜਿਵੇਂ ਹਵਾ ਕਦੇ ਪੱਛੋਂ ਦੀ, ਕਦੇ ਪੁਰੇ ਦੀ, ਕਦੇ ਗਰੀਬੀ, ਕਦੇ ਅਮੀਰੀ, ਇਹ ਹਵਾ ਦਾ ਬੁੱਲਾ ਹੈ, ਆ ਕੇ ਲੰਘ ਜਾਂਦਾ ਹੈ। ਇਸੇ ਤਰ੍ਹਾਂ ਇਹ ਪਦਾਰਥ ਜਾਣਨ। ਮਤ ਦੇਖ ਭੂਲਾ ਈਸਰੈ, ਤੇਰਾ ਚਿਤ ਨ ਆਵੈ ਨਾਉ। ਇਹ ਕਲਯੁਗ ਤੇਰੇ ਦੱਸੇ ਹੋਏ ਪਦਾਰਥਾਂ ਨੂੰ ਵੇਖ ਕੇ ਆਪਣੇ ਮਨ ਨੂੰ ਸਿੱਖਿਆ ਦਿੰਦਾ ਹਾਂ, ਇਹ ਮਨਾ, ਤੈਨੂੰ ਮਤਾਂ ਪਦਾਰਥਾਂ ਵਿੱਚ ਭੁੱਲੇ ਹੋਏ ਨੂੰ ਪਰਮਾਤਮਾ ਦਾ ਨਾਮ ਹੀ ਨਾ ਕਿਤੇ ਵਿਸਰੇ ਭੁੱਲ ਨਾ ਜਾਵੇ ਕਿਤੇ। ਹੇ ਕਲਯੁਗ, ਤੂੰ ਸਾਨੂੰ ਪਦਾਰਥਾਂ ਦਾ ਲਾਲਚ ਦੇਣਾ ਹੈ, ਪਰ ਸਾਡਾ ਨਿਸ਼ਚਾ ਹੈ ਤੇਰੇ ਪਦਾਰਥ ਤੇ ਤੇਰਾ ਸਾਨੂੰ ਨਾਮ ਵੀ ਚੇਤੇ ਨਾ ਆਵੇ। ਤੇ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਦੇ ਨੇ, ਹੇ ਵਾਹਿਗੁਰੂ, ਇਹ ਕਲਯੁਗੀ ਪਦਾਰਥ ਨੂੰ ਵੇਖ ਕੇ ਮਤਾਂ ਤੇਰਾ ਧਿਆਨ ਭੁੱਲ ਜਾਵੇ ਤੇ ਵਿਸਰੇ ਹੋਏ ਨੂੰ ਤੇਰਾ ਨਾਮ ਹੀ ਕਿਤੇ ਚੇਤੇ ਨਾ ਆਵੇ। ਇਹ ਹਾਲਤ ਨਾ ਕਿਤੇ ਹੋ ਜਾਏ। ਸੋਹਣੇ ਮੰਦਰ ਘਰਾਂ 'ਚ ਫਸੇ ਰਹਿਣਾ, ਇਹ 4 ਚੀਜ਼ਾਂ ਸੀ। ਸੋਹਣੀ ਸੇਜਾ ਦੇਖਣੀ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਪਾਤਸ਼ਾਹੀਆਂ ਪ੍ਰਾਪਤ ਹੋਣੀਆਂ, ਇਹ 4 ਕਲਯੁਗ ਨੇ ਭੇਟਾ ਕਹੀਆਂ ਸੀ। ਇਹਨਾਂ ਨੂੰ ਸਤਿਗੁਰੂ ਨੇ ਅੰਗੀਕਾਰ ਨਹੀਂ ਕੀਤਾ। ਸਭ ਤੋਂ ਪਹਿਲਾਂ ਬੈਰਾਗਮਈ ਸ਼ਬਦ ਦਾ ਉਪਦੇਸ਼ ਮਹਾਰਾਜ ਨੇ ਉਚਾਰਿਆ। ਇਸੇ ਪ੍ਰਕਾਰ ਹੁਣ ਅੱਗੇ ਫਰਮਾਨ ਕਰਦੇ ਹਨ ਜੀ, ਮੂਰਤੀ ਤਾਂ ਮੰਦਰ ਉਸਰੈ ਹੈ, ਰਤਨੀ ਤਾਂ ਹੋਏ ਜੜਾਓ। ਇਹਦਾ ਅੰਤਰੀ ਭਾਵ ਦੇ ਚ ਮਹਾਰਾਜ ਕਹਿੰਦੇ, ਹੇ ਜਗਿਆਸੂ, ਹੁਣ ਜਗਿਆਸੂ ਨੂੰ ਸਿੱਖਿਆ ਦਿੰਦੇ ਆਪਣੇ ਸਿੱਖ ਨੂੰ। ਕਲਯੁਗ ਦੇ ਨਾਲ ਤਾਂ ਜਿਹੜੀ ਹੋਗੀ ਵਾਰਤਾ ਹੋਗੀ। ਕਹਿੰਦੇ ਯੋਗ ਮਤ ਅਨੁਸਾਰ 10ਵੇਂ ਦੁਆਰ ਰੂਪੀ ਮੰਦਰ ਪ੍ਰਾਣ ਚੜਾਉਣ ਰੂਪ ਤਾਂ ਉਸ ਉਸਾਰ ਲਵੇਂ। 10ਵੇਂ ਦੁਆਰ ਪਹੁੰਚ ਵੀ ਜਾਵੇਂ, ਮਿੱਝ ਦੀਆਂ ਬੂਟੀਆਂ ਬਰੀਕ ਬਰੀਕ ਮੋਟੀਆਂ, ਉਹ ਬੂਟੀਆਂ ਮੋਤੀ ਦੀ ਤਰ੍ਹਾਂ ਰਤਨਾਂ ਦੀ ਨਿਆਈ ਜੜੀਆਂ ਹੋਈਆਂ ਤੈਨੂੰ ਨਜ਼ਰ ਆਉਣ ਲੱਗ ਜਾਣ 10ਵੇਂ ਦੁਆਰ ਵਿੱਚ। ਫਿਰ ਵੀ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਕਸਤੂਰ ਕਸਤੂਰੀ, ਕੁੰਗੂ ਕੇਸਰ ਦਾ ਨਾਮ ਹੈ, ਅਗਰ ਸੁਗੰਧੀ ਵਾਲੀ ਲੱਕੜ ਦਾ ਨਾਮ ਹੈ, ਚੰਦਨ ਸੁਗੰਧੀ ਵਾਲੀ ਲੱਕੜ ਹੈ। ਗੁਰਬਾਣੀ ਚ ਕਈ ਵਾਰੀ ਜ਼ਿਕਰ ਆਇਆ ਹੈ, ਕਬੀਰ ਚੰਦਨ ਕਾ ਬਿਰਵਾ ਭਲਾ। ਇਹਨਾਂ ਸੁਗੰਧਿਤ ਪਦਾਰਥਾਂ ਦੀ ਖੁਸ਼ਬੂ, ਜਿਵੇਂ ਇਹਨਾਂ ਬਾਹਰਲੇ ਪਦਾਰਥਾਂ ਦੀ ਖੁਸ਼ਬੂ ਹੈ, ਜੋਗਾ ਅਭਿਆਸ ਨੂੰ ਅੰਦਰ ਤੋਂ ਆਉਣ ਲੱਗ ਜਾਂਦੀ ਹੈ। ਇਹਦੇ ਵਿੱਚ ਲੀਪ ਲਪਾਏ ਮਨ ਹੋ ਕੇ ਸਿੱਖਾ ਤੇਰੇ ਮਨ ਦੇ ਉਤਸ਼ਾਹ ਹੋ ਜਾਵੇ ਕਿਤੇ ਵੀ ਬੜਾ ਆਨੰਦ ਆ ਗਿਆ ਜੀ, ਮੈਂ 10ਵੇਂ ਦੁਆਰ ਪਹੁੰਚ ਗਿਆ ਹਾਂ। ਮਤ ਦੇਖ ਭੂਲਾ ਈਸਰੈ, ਤੇਰਾ ਚੇਤਨ ਆਵੇ ਨਾਉ। ਇਹ ਜਗਿਆਸੂ, ਐ ਸਿੱਖਾ, ਮਤਾਂ ਜੋਗ ਮਤ ਦੇ ਪ੍ਰਭਾਵ ਹੇਠ ਹਠ ਜੋਗ ਦੀ ਪ੍ਰਕਿਰਿਆ ਵਿੱਚ ਇਹ ਪਦਾਰਥ ਵੇਖ ਕਰਕੇ ਪ੍ਰੇਮਾ ਭਗਤੀ ਵੱਲੋਂ ਭੁੱਲ ਜਾਵੇਂ ਕਿਤੇ ਵਿਸਰੇ ਭੁੱਲੇ ਹੋਏ ਨੂੰ ਤੈਨੂੰ, ਇੱਥੇ ਤੇਰੇ ਦਾ ਅਰਥ ਤੈਨੂੰ ਕਰਨਾ ਹੈ, ਤੇਰੇ ਹਿਰਦੇ ਪਰਮੇਸ਼ਰ ਦਾ ਨਾਮ ਹੀ ਚੇਤੇ ਨਾ ਆਵੇ, ਕਿਤੇ ਪ੍ਰੇਮਾ ਭਗਤੀ ਤੋਂ ਨਾ ਟੁੱਟ ਜੀ ਤੂੰ। ਤੈਨੂੰ ਸਰੂਪ ਦੀ ਸਿਖਿਆਤਾ ਕਰਾਉਣ ਵਾਲਾ ਜੋ ਪਰਮੇਸ਼ਰ ਦਾ ਨਾਮ ਹੈ, ਇਹ ਤੇਰੇ ਚੇਤੇ ਹੀ ਨਾ ਆਵੇਗਾ। ਇਹ ਜਿਹੜਾ 10ਵੇਂ ਦੁਆਰ ਦੇ ਯੋਗ ਮਤ ਹੈ, ਇਹ ਤੋਂ ਰੋਕਿਆ ਮਾਰਿਆ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬੁਰਤਨਾ, ਸ੍ਰੀ ਕਟਾਏ ਹੋਮੇ ਕਰਾਤੀ, ਵਰਤ ਰੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਏ। ਇੱਕ ਵਾਰ ਇਹ 5ਵੇਂ ਸਰੂਪ ਚ ਫਿਰ ਕਥਨ ਕੀਤਾ ਸੀ, ਹਰ ਬਿਨ ਜੀਓ ਜਲ ਵੱਲ ਜਾਓ। ਇਹ ਜਗਾਸੂ, ਅਸੀਂ ਤੈਨੂੰ ਨਿਸ਼ਚੇ ਇਹ ਕੀਤਾ ਕਿ ਹਰੀ ਵਾਹਿਗੁਰੂ ਤੋਂ ਬਿਨ ਬਗੈਰ
ਜਿਹੜਾ ਜੀਉ ਜੀਉਣਾ ਹੈ ਨਾ, ਇੱਥੇ ਜੀਉ ਦਾ ਅਰਥ ਜੀਵਣਾ ਹੈ। ਕਾਮ ਕ੍ਰੋਧ ਦੀ ਅੱਗ ਵਿੱਚ ਜਲ ਸੜਨਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਬਲ ਸੜ ਕੇ ਸੁਆਹ ਹੋ ਜਾਣਾ ਹੈ। ਮੈਂ ਆਪਣਾ ਗੁਰ ਪੂਛ ਦੇਖਿਆ ਔਰ ਨਾਹੀ ਥਾਉ। ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਗਿਆਸੂ ਨੂੰ ਉਪਦੇਸ਼ ਦਿੰਦੇ ਨੇ, ਕਥਨ ਕਰਦੇ ਨੇ, ਅਸੀਂ ਆਪਣੇ ਗੁਰੂ ਚੇਤਨ ਸਰੂਪ ਬ੍ਰਹਮ ਨੂੰ ਪੁੱਛ ਕੇ ਦੇਖਿਆ ਕਿ ਪ੍ਰੇਮਾ ਭਗਤੀ ਤੋਂ ਬਿਨਾਂ ਅਵਰ ਹੋਰ ਕੋਈ ਵੀ ਥਾਂ ਟਿਕਾਣਾ ਜੀਵ ਨੂੰ ਪਰਮੇਸ਼ਰ ਦੇ ਨਾਲ ਅਭੇਦ ਹੋਣ ਦੇ ਲਈ ਨਹੀਂ ਮਿਲਦਾ ਹੈ। ਪ੍ਰੇਮਾ ਭਗਤੀ ਹੀ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ। ਹਾਂਜੀ, ਇੱਥੇ ਬੁੱਧੀ ਰੂਪ ਧਰਤੀ ਹੈ। ਬੁੱਧੀ ਰੂਪ ਧਰਤੀ ਭਾਵੇਂ ਤਾਂ ਹੀਰਿਆਂ ਦੀ ਨਿਆਈ ਅਮੋਲਕ ਅਨਹਦ ਸ਼ਬਦਾਂ ਦੀ ਜੜਤੀ, ਅਨਹਦ ਸ਼ਬਦਾਂ ਦੀ ਆਵਾਜ਼ ਜੜਤੀ ਜੁੜੀ ਹੋਈ ਇੱਕ ਰਸ ਸੁਣਦੀ ਉਹ ਸੁਣਾਈ ਦੇਣ ਲੱਗ ਜਾਵੇ, ਅਤੇ ਦਸਮ ਦੁਆਰ ਦੇ ਰੂਪੀ ਪਲੰਗ ਉੱਤੇ ਇਸਤਤ ਹੋ ਕੇ ਲਾਲ ਦੀ ਨਿਆਈ ਦਸਮ ਦੁਆਰ ਵਿੱਚ ਪ੍ਰਕਾਸ਼ ਦਾ ਜੜਾਓ ਜੁੜਿਆ ਦਿਸਣ ਲੱਗ ਜਾਵੇ ਤੈਨੂੰ ਭਾਵੇਂ। ਮੋਹਣੀ ਮੁਖ ਮਣੀ ਸੋ ਹੈ ਕਰੇ ਰੰਗ ਪਸਾਓ। ਮੋਹਣੀ ਜੋਗ ਸਿੱਧੀ ਦੇ ਬਲ ਨਾਲ ਇਸ ਲੋਕ ਵਿੱਚ ਬੈਠਿਆਂ ਹੋਇਆਂ ਸਵਰਗ ਲੋਕ ਦੀਆਂ ਅਪਛਰਾਂ, ਜਿਨ੍ਹਾਂ ਦੇ ਮੁਖ ਮਣੀਆਂ ਦੀ ਨਿਆਈ ਸੋਵਨੀਕਨ ਸੋ ਰਹੇ ਨੇ, ਦੂਰ ਦੇਸ਼ ਵਿੱਚ ਰਾਗ ਨਾਚ ਦੇ ਰੰਗ ਕੌਤਕਾਂ ਨੂੰ ਪਸਾਰਿਆ ਹੋਇਆ ਤੇ ਉਹ ਇੱਥੇ ਪ੍ਰਤੀਤ ਹੋਣ ਜਾਣਾ, ਤੇ ਇਸ ਕਰਕੇ ਇੱਥੇ ਬੈਠਿਆਂ ਦਿਸਣ ਲੱਗ ਜਾਣਾ ਸਾਰਾ ਕੁਝ, ਐਸ ਦੇਸ਼ ਵਿੱਚ ਵੀ ਤੇ ਪਰਲੋਕ ਸਵਰਗ ਵਿੱਚ ਵੀ। ਭਗਤੀ ਤੋਂ ਬਿਨਾਂ ਇਹ ਜੋਗ ਸਿੱਧੀ ਦਾ ਬਲ ਗਲਤ ਪਾਸੇ ਲੈ ਜਾਣ ਵਾਲਾ ਹੈ। ਇਸ ਕਰਕੇ ਇਹਨੂੰ ਅੰਗੀਕਾਰ ਨਾ ਕਰੀ ਗੁਰਸਿੱਖਾ। ਨਤ ਦੇਖ ਭੂਲਾ ਈਸਰੈ ਤੇਰਾ ਚਿਤ ਨ ਆਵੈ ਨਾਉ। ਇਹ ਜੋ ਸਿੱਧੀ ਦੇ ਬਲ ਦੇ ਨਾਲ ਕਾਮ ਅਤੇਜਕ ਸਮਗਰੀ ਨੂੰ ਦੇਖਣ, ਜਿਹੜਾ ਦੇਖਣਾ ਇਹਦੇ ਵਿੱਚ ਤੇ ਜਨਮ ਵਿਅਰਥ ਹੀ ਗਵਾਉਣਾ। ਇਸ ਲਈ ਜਗਿਆਸੂ ਨੂੰ ਜਿਹੜਾ ਮਤਾਂ ਇਹ ਯੋਗ ਮਤ ਦੇ ਪ੍ਰਭਾਵ ਹੇਠ ਤੋਂ ਹਠ ਯੋਗ ਦੀ ਪ੍ਰਕਿਰਿਆ ਵਿੱਚ ਇਹ ਪਦਾਰਥ ਵੇਖ ਕੇ ਪ੍ਰੇਮਾ ਭਗਤੀ ਵੱਲੋਂ ਭੁੱਲਾ ਭੁੱਲ ਜਾਵੇਂ, ਮਤਾਂ ਕਿਤੇ ਭੁੱਲ ਜਾਵੇਂ, ਅਤੇ ਵਿਸਰੇ ਹੋਏ ਨੂੰ ਤੇਰਾ ਕੀ ਹੈ, ਤੈਨੂੰ ਹਿਰਦੇ ਪਰਮੇਸ਼ਰ ਦਾ ਨਾਮ ਹੀ ਨਾ ਚੇਤੇ ਆਵੇ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਅੱਗੇ ਉਪਦੇਸ਼ ਦਿੰਦੇ ਆ। ਸੰਤ ਗਿਆਨੀ ਸੁੰਦਰ ਸਿੰਘ ਜੀ ਉਹ ਇੱਕ ਵਾਰ ਜਥੇ ਸਮੇਤ ਜਾ ਰਹੇ ਸੀ ਅਨੰਦਪੁਰ ਸਾਹਿਬ ਨੂੰ। ਇਹ ਕੀਰਤਪੁਰ ਸਾਹਿਬ ਦੇ ਲਾਗੇ ਪਹਾੜੀ ਦੇ ਵਿੱਚ ਇੱਥੇ ਇੱਕ ਬੜਾ ਸਿੱਧ ਪੁਰਸ਼ ਬੈਠਾ, ਤੇ ਮਹਾਂਪੁਰਸ਼ ਸੰਤ ਸਮਝ ਕੇ ਉਹਦੇ ਕੋਲ ਥੋੜਾ ਜਿਹਾ ਵਿਸਰਾਮ ਕਰਨ ਲੱਗੇ, ਗੱਲਾਂ ਬਾਤਾਂ ਹੋਣ ਲੱਗੀਆਂ। ਐ ਨੇਤਰ ਬੰਦ ਕਰਕੇ ਖਿੜਖਿੜ ਕਰਕੇ ਹੱਸਿਆ। ਮਹਾਂਪੁਰਖ ਅੰਤ ਜਾ ਕਹਿੰਦੇ, ਸੰਤ ਜੀ ਕੀ ਗੱਲ ਹੱਸਦਾ ਬਿਨਾਂ ਗੱਲ ਤੋਂ? ਕਹਿੰਦਾ ਨਹੀਂ, ਬਿਨਾਂ ਗੱਲ ਤੋਂ ਨਹੀਂ ਹੱਸਦਾ। ਕਹਿੰਦੇ ਕੀ ਹੈ? ਕਹਿੰਦਾ ਮਹਾਰਾਜ ਮੇਰੇ ਕੋਲ ਸਿੱਧੀ ਦਾ ਇੰਨਾ ਬਲ ਹੈ, ਮੈਨੂੰ ਪੂਰੇ ਸੰਸਾਰ ਵਿੱਚ ਪਤਾ ਕਿੱਥੇ ਕੀ ਹੁੰਦਾ ਹੈ। ਕਹਿੰਦਾ ਇਸ ਵੇਲੇ ਦਿੱਲੀ ਦੇ ਵਿੱਚ ਇੱਕ ਬੇਸਵਾ ਨੱਚਦੀ ਹੈ, ਉਹ ਨੱਚਦੀ ਹੋਈ ਦਾ ਕਮਰ ਕਸਾ ਟੁੱਟ ਗਿਆ, ਕਹਿੰਦਾ ਬੇਪੜਤ ਹੋ ਗਈ, ਕਹਿੰਦਾ ਤਾਂ ਮੇਰਾ ਹਾਸਾ ਨਿਕਲ ਗਿਆ। ਮਹਾਂਪੁਰ ਕਹਿੰਦੇ ਲਾਹਣਤ ਹੈ ਤੇਰੀ ਸਿੱਧੀ ਨੂੰ, ਜੇ ਐਡਾ ਬੜਾ ਸਿੱਧ ਹੋ ਕੇ ਤੂੰ ਬੇਸਵਾ ਦੇ ਨਾਚ ਹੀ ਦੇਖਣੇ ਨਾ, ਤਾਂ ਫਿਰ ਇਹ ਸਿੱਧੀ ਰਿੱਧੀ ਸਿੱਧੀ ਜਿਹੜੀ ਆ ਇਹ ਤਾਂ ਫਿਰ ਤੈਨੂੰ ਹੋਰ ਪਾਸੇ ਜੋੜਤੀ, ਤੂੰ ਤਾਂ ਦੁਨਿਆਵੀ ਲੋਕਾਂ ਨਾਲੋਂ ਵੀ ਭੈੜਾ ਨਿਕਲਿਆ। ਮਹਾਂਪੁਰ ਕਹਿੰਦੇ ਰਿੱਧ ਸਦਾਵਰਾ ਸਾਧ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਦਾ ਖੰਡਨ ਕੀਤਾ ਹੈ, ਜਗਿਆਸੂ ਬਚ ਕੇ ਰਹਿਣਾ। ਸਿੱਧ ਹੋਆ ਸਿੱਧ ਲਾਈ ਰਿੱਧ ਆਖਾਇਆ। ਇਹ ਜਗਿਆਸੂ ਜੋਗ ਸਾਧਨਾ ਕਰਕੇ ਸਿੱਧੀਆਂ ਪ੍ਰਾਪਤ ਕਰਕੇ ਭਾਵੇਂ ਸਿੱਧ ਪੁਰਖ ਹੋ ਜਾਵੇਂ ਤੂੰ, ਸਿੱਧੀਆਂ ਤੇਰੇ ਨਾਲ ਲਾਈ ਲੱਗੀਆਂ ਹੋਣ, ਇਹਨਾਂ ਦੇ ਨਾਲ ਰਿੱਧ ਅੰਨ ਦੀ ਅਤੋੜਤਾ ਵੀ ਬਰਕਤ ਵੀ ਹੋ ਜਾਵੇ। ਆਖਾਂ ਕਹਿ ਕੇ ਆਓ ਆਵਾਹਨ ਕਰੇ ਲਵੇ, ਪ੍ਰਾਪਤ ਹੋ ਜਾਣ ਇਹ ਤੈਨੂੰ ਸਾਰੀਆਂ। ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ। ਅਸਥੂਲ ਸਰੀਰ ਨੂੰ ਗੁਪਤ ਅਲੋਪ ਕਰਨੇ ਦੀ ਇਹ ਸ਼ਕਤੀ ਹੋ ਜਾਵੇ, ਅਲੋਪ ਹੋਏ ਸੂਖਮ ਸਰੀਰ ਨੂੰ ਪ੍ਰਗਟ ਕਰਨ ਦੀ ਸ਼ਕਤੀ ਲੋਕਾਂ ਦੇ ਪ੍ਰਭਾਵ ਪਾਉਣ ਵਾਸਤੇ ਪ੍ਰਗਟ ਹੋਏ ਹੋ ਜਾਵੇ, ਤੇ ਇਹ ਹੋਰ ਕਰਕੇ ਬੈਸਾਂ ਬੈਠ ਜਾਵੇਂ, ਜਿਸ ਤੇ ਲੋਕਾਂ ਦੇ ਭਾਵ ਪ੍ਰੇਮ ਰਾਖੇ ਰੱਖਣਾ, ਭਾਵ ਪ੍ਰਭਾਵਿਤ ਹੋ ਕੇ ਤੇਰੀ ਪੂਜਾ ਕਰਨ ਤਾਂ ਲੱਗ ਜਾਣਗੇ ਜ਼ਰੂਰ। ਮਤ ਦੇਖ ਭੂਲਾ ਈਸਰੈ ਤੇਰਾ ਚੇਤਨ ਆਵੈ ਨਾਉ। ਹੇ ਜਗਿਆਸੂ ਮਤਾਂ ਜੋਗ ਮਤ ਦੇ ਪ੍ਰਭਾਵ ਹੇਠ ਹਠ ਯੋਗ ਦੀ ਪ੍ਰਕਿਰਿਆ ਵਿੱਚ ਇਹ ਪਦਾਰਥ ਵੇਖ ਕਰਕੇ ਪ੍ਰੇਮਾ ਭਗਤੀ ਵੱਲੋਂ ਭੂਲਾ ਭੁੱਲ ਜਾਵੇਂ, ਕਿਤੇ ਦੇਖੀ ਕਿਤੇ ਧੋਖਾ ਨਾ ਖਾ ਬੈਠੀ, ਭੁੱਲ ਨਾ ਜਾਈ, ਤੇ ਫੇਰ ਕਿਤੇ ਤੈਨੂੰ ਬੀਸਰੇ ਭੁੱਲੇ ਹੋਏ ਨੂੰ ਤੇ ਤੈਨੂੰ ਹਿਰਦੇ ਪਰਮੇਸ਼ਰ ਦਾ ਨਾਮ ਹੀ ਨਾ ਚੇਤੇ ਆਵੇ,
ਕਿਤੇ ਨਾਮ ਵੱਲੋਂ ਨਾ ਟੁੱਟ ਜੇ ਸਦਾ ਵਾਸਤੇ। ਸੁਲਤਾਨ ਹੋਆ ਮੇਲ ਲਸਕਰ ਤਖਤ ਰਾਖਾ ਪਾਓ। ਹੇ ਗੁਰਸਿੱਖਾ, ਸਿੱਧੀ ਦੇ ਬਲ ਨਾਲ ਚੱਕਰਵਰਤੀ ਬਾਦਸ਼ਾਹ ਵੀ ਬਣ ਜਾਵੇਂ, ਤੇਰੇ ਕੋਲ ਬਹੁਤ ਸਾਰੀਆਂ 4 ਕਿਸਮ ਦੀਆਂ ਲਸ਼ਕਰ ਫੌਜਾਂ ਵੀ ਹੋਣ, ਪੈਦਲ ਹੈ, ਘੋੜ ਸਵਾਰ ਹੈ, ਹਾਥੀਆਂ ਤੇ ਰਥ ਬੱਗੀਆਂ ਤੇ, ਇਹ ਚਤਰੰਗੀ ਸੈਨਾ ਵੀ ਤੈਨੂੰ ਮਿਲ ਜਾਵੇ, ਪ੍ਰਾਪਤ ਹੋ ਜਾਵੇ। ਤਖਤ ਸਿੰਘਾਸਣ ਉਤਰ, ਹੰਕਾਰ ਵਿੱਚ ਆ ਕੇ ਪਾਉ ਪੈਰ ਰੱਖੇ ਵੀ ਮੈਂ ਸਿੰਘਾਸਣ ਦਾ ਮਾਲਕ ਹਾਂ, ਤੇ ਮੇਰੇ ਵਰਗਾ ਕੋਈ ਬਾਦਸ਼ਾਹ ਨਹੀਂ ਹੈ, ਐਸਾ ਵੀ ਹੋ ਜਾਵੇ ਭਾਵੇਂ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਗੁਰੂ ਸਾਹਿਬ ਜੀ ਫਰਮਾਉਂਦੇ ਆ, ਇਉਂ ਫੌਜਾਂ ਤੇ ਪਰਜਾਂ ਤੇ ਹੁਕਮ ਹਾਸਲ ਪ੍ਰਾਪਤ ਕਰਨ ਵਾਲਾ ਹੋ ਕੇ ਤਖਤ ਤੇ ਬੈਠ ਕੇ ਹੁਕਮ ਵੀ ਕਰੇ, ਇਹ ਸਭ ਕੁਝ ਵਾਓ ਹਵਾ ਦੇ ਬੁੱਲੇ ਦੀ ਤਰ੍ਹਾਂ ਨਾਸਮਾਨ ਹੀ ਹੈ। ਇਹਨਾਂ ਵਿੱਚ ਕਿਤੇ ਤੂੰ ਪ੍ਰੇਮਾ ਭਗਤੀ ਵਾਲਾ ਸੁਖ ਨਹੀਂ ਹੈ, ਕਿਤੇ ਦੇਖੀ ਭੁੱਲ ਨਾ ਜਾਈ, ਉਹ ਸੁਖ ਨਹੀਂ ਹੈ ਪ੍ਰੇਮਾ ਭਗਤੀ ਵਾਲਾ। ਇਸ ਕਰਕੇ ਹੇ ਜਿਗਿਆਸੂ, ਹਠ ਜੋਗ ਨੂੰ ਛੱਡ ਕੇ ਭਗਤ ਜੋਗ ਅਨੁਸਾਰ ਆਪਣੀ ਜ਼ਿੰਦਗੀ ਸਫਲੀ ਕਰ। ਤੈਨੂੰ ਸਾਥ ਸਾਥ ਦਿਨ ਰਾਤੀ ਅਰਾਧ ਹੋ ਪਿਆਰੋ, ਨਿਮਕ ਨਾ ਕੀਜੈ ਢਿੱਲਾ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤੈਨੂੰ ਨਾਮ ਨਹੀਂ ਭੁੱਲਣਾ ਚਾਹੀਦਾ। ਮਤ ਦੇਖ ਭੂਲਾ ਵੀਸਰੈ, ਤੇਰਾ ਚੇਤਨ ਆਵੈ ਨਾਉ। ਹੇ ਜਿਗਿਆਸੂ, ਮਤਾਂ ਜੋਗ ਮਤ ਦੇ ਪ੍ਰਭਾਵ ਹੇਠ ਤੂੰ ਹਠ ਜੋਗ ਦੀ ਪ੍ਰਕਿਰਿਆ ਵਿੱਚ ਇਹ ਪਦਾਰਥਾਂ ਦੇਖ ਵੇਖ ਕੇ ਪ੍ਰੇਮਾ ਭਗਤੀ ਵੱਲੋਂ ਭੁੱਲ ਜਾਵੇਂ। ਦੇਖੀ ਕਿਤੇ ਧੋਖਾ ਨਾ ਖਾ ਬੈਠੀ, ਸਾਵਧਾਨ ਕਰਦੇ ਨੇ। ਕਰਤਾਰਪੁਰ ਸਾਹਿਬ ਮਹਾਰਾਜ ਸਾਹਿਬ ਗੁਰਸਿੱਖਾਂ ਨੂੰ ਸਾਵਧਾਨ ਕੀਤਾ, ਕਿਤੇ ਤੈਨੂੰ ਵਿਸਰੇ ਭੁੱਲੇ ਹੋਏ ਨੂੰ ਤੈਨੂੰ ਹਿਰਦੇ ਪਰਮੇਸ਼ਰ ਦਾ ਨਾਮ ਹੀ ਨਾ ਕਿਤੇ ਚੇਤੇ ਆਵੇ। ਇਹ ਸ਼ਬਦ ਦੇ ਵਿੱਚ ਮਹਾਰਾਜ ਸਾਹਿਬ ਨੇ ਕਲਯੁਗ ਦੇ ਬਹਾਨੇ ਸੰਸਾਰ ਨੂੰ ਉਪਦੇਸ਼ ਦਿੱਤਾ ਹੈ, ਔਰ ਫਿਰ ਅੰਤਰੀ ਭਾਵ ਦੇ ਵਿੱਚ ਕਲਯੁਗ ਦੀ ਗੱਲ ਛੱਡ ਕੇ ਕਰਤਾਰਪੁਰ ਸਾਹਿਬ ਬਹਿ ਕੇ ਫਿਰ ਗੁਰਸਿੱਖਾਂ ਨੂੰ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਇਹਦੇ 'ਚ 4 ਚੀਜ਼ਾਂ ਸਾਨੂੰ ਡਲਾਉਣ ਵਾਲੀਆਂ ਨੇ ਤੇ ਉਹਨਾਂ ਰਿੱਧੀਆਂ ਸਿੱਧੀਆਂ ਨੇ। ਕਾਮ ਵਾਸ਼ਨਾ ਦੇ ਅਧੀਨ ਹੋ ਕੇ ਪਰਾਏ ਸਰੂਪਾਂ ਦਾ ਮੇਲ ਮਿਲਾਪ ਹੈ, ਤੇ ਫਿਰ ਹੀਰੇ ਜੜਤ ਮਕਾਨ ਆਦਨ ਪਾਤਸ਼ਾਹੀ, ਇਹ ਸਾਰਿਆਂ ਵੱਲੋਂ ਤਿਆਗ ਬਿਰਤੀ ਦਿੱਤੀ ਹੈ। ਸਿੱਟਾ ਕੀ ਨਿਕਲਦਾ ਹੈ ਕਿ ਜਿੱਥੇ ਤੂੰ ਖੜਾ ਹੈ ਉੱਥੇ ਸੰਤੁਸ਼ਟ ਹੋ ਜਾ, ਤੇਰੀ ਪ੍ਰਲਬਧ ਹੈ। ਤੂੰ ਗਰੀਬ ਹੈ, ਗਰੀਬੀ ਤੇਰੀ ਪ੍ਰਲਬਧ ਹੈ। ਤੂੰ ਅਮੀਰ ਹੈ, ਤੈਨੂੰ ਪਾਤਸ਼ਾਹੀ ਮਿਲ ਜਾਏ, ਜੇ ਰਾਜ ਬਹਾਲੇ ਤਾਂ ਤੇਰੀ ਮੈਂ, ਜੇ ਛੋੜੇ ਤਾਂ ਜੇ ਭੀਖ ਮੰਗਾਂ ਤੇ ਕਟਕ ਜਾਈ। ਜੇ ਰਾਜ ਵੀ ਦੇ ਦਵੇਂ ਤਾਂ ਵੀ ਕੀ ਹੈ, ਭੀਖ ਮੰਗਾਵੇ ਤਿਆਂ ਕੀ ਕੱਟ ਜਾਊਗਾ। ਜਿੱਥੇ ਰੱਖੇ ਐ ਪਰਮੇਸ਼ਰ, ਜਿੱਥੇ ਤੂੰ ਰੱਖੇ ਅਸੀਂ ਉੱਥੇ ਹੀ ਪ੍ਰਸੰਨ ਹਾਂ। ਭਾਣੇ ਵਿੱਚ ਰਹਿਣਾ, ਭਾਣੇ ਵਿੱਚ ਕੋ ਵਿਰਲਾ ਆਇਆ, ਭਾਣੇ ਜੇ ਵਡੋਰ ਦਾਤ ਨਹੀਂ। ਸੰਤੁਸ਼ਟ ਰਹਿਣਾ, ਕਰਨਾ ਕੀ ਹੈ, ਸਾਸ ਜਿੰਨੇ ਵੀ ਆ ਰਹੇ ਨੇ ਆਪਣੇ ਸਾਸਾਂ ਤੇ, ਜਿਵੇਂ ਪਹਿਰੇ ਤੇ ਖੜਾ ਨਾ ਬੰਦਾ ਗੇਟ ਤੇ, ਆਪਣੇ ਸਵਾਸਾਂ ਦੇ ਗੇਟ ਤੇ ਪਹਿਰੇ ਤੇ ਖੜੋ, ਸੁਰਤ ਨੂੰ ਖੜਾਓ। ਕਿੰਨੇ ਸਵਾਸ ਵਿਅਰਥ ਚਲੇ ਗਏ, ਪਛਤਾਵਾ ਕਰੋ, ਮੁੜ ਕੇ ਫੇਰ ਲੱਗੋ। ਇਹ ਪਛਤਾਵਾ ਵਾਰ ਬਿਥ ਘਟਾਉਂਦਾ ਜਾਊਗਾ। ਇੱਕ ਦਿਨ ਐਸਾ ਆਏਗਾ, ਸੁਰਤ ਨਾਮ ਦੇ ਵਿੱਚ ਐਸੀ ਜੜ ਜਾਏਗੀ, ਸੁਰਤ ਤੋਂ ਨਾਮ ਪਰੇ ਨਹੀਂ ਜਾਏਗਾ ਤੇ ਨਾਮ ਸੁਰਤ ਤੋਂ ਪਰੇ ਨਹੀਂ ਜਾਏਗਾ। ਓਤ ਪੋਤ ਸ਼ਬਦ ਸੁਰ ਦਾ ਰਿਸ਼ਤਾ ਬਣ ਜਾਏਗਾ। ਅੱਜ ਦੀ ਇੱਥੇ ਵਿਚਾਰ ਸਮਾਪਤ ਹੁੰਦੀ ਹੈ। ਗੁਰੂ ਕਿਰਪਾ ਕਰੇ ਇਹ ਲਾਭ ਉਠਾਓ ਤੇ ਅੱਗੇ ਹੁਣ ਸਰਲ ਰੂਪ ਦੇ ਵਿੱਚ। ਵੈਸੇ ਤਾਂ ਮੰਨਿਆ ਵੀ ਜਿੰਨੀ ਦੇਰ ਤੱਕ ਗੁਰੂ ਨਾਨਕ ਦੀ ਬਾਣੀ ਕਿਸੇ ਰਾਗ 'ਚ ਵੀ ਆ ਜਾਵੇ, ਉਹ ਬਾਣੀ ਦਾ ਗੂੜ ਭਾਵ ਹੁੰਦਾ ਹੀ ਹੁੰਦਾ। ਬਾਕੀ ਗੁਰੂ ਸਾਹਿਬ ਦੀ ਬਾਣੀ ਟੀਕਾ ਰੂਪ 'ਚ ਹੋ ਜਾਂਦੀ ਹੈ। ਸੋ ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ। ਮਤ ਦੇਖ ਭੂਲਾ ਈਸਰੈ, ਤੇਰਾ ਚਿਤਨ ਆਵੈ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।